कि वाकई जो हम SGPC के प्रधान बने ने वो जेब विचों निकले ने ਜਾਂ ਮੈਂਬਰਾਂ ਨੇ ਵਾਕਈ ਚੋਣ ਕਰਕੇ ਉਹਨਾਂ ਨੂੰ SGPC ਦਾ ਪ੍ਰਧਾਨ ਬਣਾਇਆ? ਜਿਹੜਾ ਅਕਾਲੀ ਦਲ ਦਾ ਪ੍ਰਧਾਨ ਨੇ ਉਹਨੂੰ ਪਾਵਰਸ ਦਿੱਤੀਆਂ ਜਾਂਦੀਆਂ ਨੇ ਜੀ ਕਿ ਤੁਸੀਂ ਜਿਹਨੂੰ ਮਰਜ਼ੀ ਨਿਯੁਕਤ ਕਰਦੇ ਹੋ ਤੇ ਜਿਸ ਦਿਨ ਇਲੈਕਸ਼ਨ ਹੁੰਦਾ ਉਸ ਦਿਨ ਪ੍ਰਧਾਨ ਜਿਹੜਾ ਹੈ ਉਹ ਆਪਣੀ ਜੇਬ ਚੋਂ ਕੱਢਦਾ ਐਂਡ ਜੇਬ ਚੋਂ ਕੱਢਣ ਦਾ ਇਹ ਮਤਲਬ ਹੈ ਕਿ ਆਹ ਸਾਡਾ ਕੈਂਡੀਡੇਟ ਹੈ ਤੇ ਉਹ ਸਾਰਿਆਂ ਦਾ ਸਹਿਮਤੀ ਪਹਿਲਾਂ ਹੋਈ ਹੁੰਦੀ ਹੈ ਤੇ ਉਹ ਜਿਹੜਾ ਪ੍ਰਧਾਨ ਉਹਨੂੰ ਵੋਟਾਂ ਪਾ ਦਿੰਦੇ ਨੇ ਸਾਰੇ ਅਕਾਲੀ ਦਲ ਦੇ ਮੈਂਬਰ ਜਿਹੜੇ ਨੇ। SGPC ਵਿੱਚ ਮੌਜੂਦਾ ਜੋ ਮੈਂਬਰ ਹੈਗੇ ਨੇ ਉਹਨਾਂ ਕੋਲ ਇੰਨੀ ਵੀ ਪਾਵਰ ਨਹੀਂ ਹੈਗੀ ਕਿ ਪਾਵਰ ਹੁੰਦੀ ਹੈ ਉਹ ਆਪਣੇ ਇਸਤੇਮਾਲ ਨਹੀਂ ਕਰਨਾ ਚਾਹੁੰਦੇ ਜੇ ਪਾਵਰ ਕਿਸੇ ਹੋਰ ਦੇ ਹੱਥ ਹੁੰਦੀ ਹੈ। ਔਰ ਇਹ ਤਾਂ ਸਾਰੇ ਜਿਹੜੇ ਨੇ ਇਹਨਾਂ ਦੀਆਂ ਜ਼ਮੀਰਾਂ ਖਰੀਦੀਆਂ ਹੋਈਆਂ ਨੇ ਅਕਾਲੀ ਲੀਡਰਾਂ ਨੇ, ਉਹ ਜੁਰਤ ਨਹੀਂ ਕਰ ਸਕਦੇ ਕਿ ਇਹਨਾਂ ਤੋਂ ਬਾਹਰ ਜਾਣ। ਉਹ ਜਿਹੜਾ ਨਾ ਅਕਾਲੀ ਦਲ ਦਾ ਪ੍ਰਧਾਨ ਕਹਿ ਦੇਗਾ ਉਹਨੂੰ ਹੀ ਵੋਟਾਂ ਪਾਉਣਗੇ, ਉਹੀ ਹੁੰਦਾ। ਇਸ ਕਰਕੇ ਕਿਹਾ ਜਾਂਦਾ ਵੀ ਉਹਦੀ ਜੇਬ ਚੋਂ ਨਿਕਲੇ, ਕਿਉਂਕਿ ਇੱਕ ਦਿਨ ਪਹਿਲੇ ਤੱਕ ਤਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਕਿੰਨੇ ਬਣਨਾ। ਕਿਸੇ ਨੂੰ ਛੇਕਤਾ, ਕਿਸੇ ਨੂੰ ਤਲਬ ਕਰ ਲਿਆ, ਕਿਸੇ ਨੂੰ ਬੁਲਾ ਲਿਆ ਉੱਥੇ। SGPC ਦਾ ਪ੍ਰਧਾਨ ਵੀ ਤੁਸੀਂ ਕਹਿੰਦੇ ਵੀ ਜੇਬ ਚੋਂ ਨਿਕਲਦਾ ਤੇ ਉਹ ਤਾਂ ਸਿਆਸੀ ਹਿੱਤਾਂ ਦੀ ਗੱਲ ਕਰੂਗਾ ਨਾ, ਜਿਹੜੀ ਪਾਰਟੀ ਨੇ ਚੁਣਿਆ ਹੋਇਆ ਉਹ ਤਾਂ ਕਿਸੇ ਨੂੰ ਤਲਬ ਕਰ ਸਕਦੇ ਨੇ। ਕੱਲ ਹੁੰਦਾ ਬਿਲਕੁਲ ਉਹੀ ਹੈ ਜੋ SGPC ਦਾ ਪ੍ਰਧਾਨ ਚਾਹੁੰਦਾ ਔਰ ਪਿੱਛੋਂ ਜੋ ਅਕਾਲੀ ਦਲ ਬਾਦਲ ਦਾ ਪ੍ਰਧਾਨ ਚਾਹੁੰਦਾ, ਹੁੰਦਾ ਉਹੀ ਹੈ। ਲੇਕਿਨ ਉਹਦੇ ਵਾਸਤੇ ਛੇਕਣ ਵਾਸਤੇ ਜਾਂ ਕਿਸੇ ਨੂੰ ਤਲਬ ਕਰਨ ਵਾਸਤੇ ਅਕਾਲ ਤਖਤ ਦੇ ਜਥੇਦਾਰ ਦਾ ਨਾਮ ਵਰਤਿਆ ਜਾਂਦਾ। ਹੁਣ ਤੁਸੀਂ ਜੇਬ ਚੋਂ ਕੱਢਣ ਦੀ ਗੱਲ ਕਰ ਰਹੇ ਸੀ, ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈ ਉਹ ਇੰਪਲਾਈ ਹੈ SGPC ਦਾ। ਈਵਨ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਂਦੀਆਂ ਨੇ ਉਹਦੇ ਵਿੱਚੋਂ ਜੋ ਪੋਲੀਟੀਕਲ ਇਲੈਕਸ਼ਨਸ ਦੇ ਵਿੱਚ ਗੰਦ ਘੋਲਦੇ ਨੇ ਉਹੀ ਗੰਦ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਘੋਲਦੇ ਨੇ। ਉਹੀ ਸ਼ਰਾਬਾਂ ਪਈਆਂ ਜਾਂਦੀਆਂ ਨੇ, ਉਹ ਲੋਕਾਂ ਨੂੰ ਪੈਸੇ ਵੰਡੇ ਜਾਂਦੇ ਨੇ, ਉਹੀ ਝੂਠੀਆਂ ਵੋਟਾਂ ਬਣਵਾਈਆਂ ਜਾਂਦੀਆਂ ਨੇ, ਝੂਠੀਆਂ ਵੋਟਾਂ ਭੁਗਤਾਈਆਂ ਜਾਂਦੀਆਂ ਨੇ। ਆ ਸਭ ਕੁਝ ਜਿਹੜਾ ਉਹਦੇ ਵਿੱਚ ਵੀ ਹੁੰਦਾ। ਤੁਸੀਂ ਕਦੀ ਲਿਸਟ ਕਢਾ ਕੇ ਦੇਖਣਾ ਕਿ ਪੰਜਾਬ ਦੇ ਵਿੱਚ ਕਿੰਨਾ ਸਿੱਖ ਵੋਟਰ ਹੈ ਤੇ ਕਿੰਨਾ SGPC 'ਚ ਵੋਟ ਪਾਉਂਦਾ, ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ 20% ਵੀ ਨਹੀਂ। ਜਦੋਂ ਲੰਗਰ ਦੀ ਗੱਲ ਹੁੰਦੀ ਹੈ ਕਿ ਵਾਕਈ SGPC ਦੀ ਡਿਊਟੀ ਲੱਗਦੀ ਹੈ ਜਿਹੜੇ ਗੁਰਦੁਆਰੇ ਉਹਨਾਂ ਦੇ ਅੰਡਰ ਆਉਂਦੇ ਨੇ ਵੀ ਲੰਗਰ ਪਹੁੰਚਾ ਕੇ ਆਉਣਾ। ਠੀਕ ਹੈ, ਲੰਗਰ ਕਿਸੇ ਨੂੰ ਵੀ ਪਹੁੰਚਾਇਆ ਜਾ ਸਕਦਾ, ਉਸ 'ਚ ਭੇਦਭਾਵ ਕਿਉਂ? ਫਿਰ ਕੋਈ ਵੀ ਸਿਆਸੀ ਪਾਰਟੀ ਉੱਥੇ ਲੰਗਰ ਪਹੁੰਚਾਉਣ ਦੀ ਸੇਵਾ ਉੱਥੇ ਲੈ ਸਕਦੀ ਹੈ, ਜਾਂ ਬਾਕੀ ਗੁਰਦੁਆਰੇ ਵਾਲੇ ਵੀ ਕਹਿ ਸਕਦੇ ਨੇ ਬਈ ਸਾਰੀ ਸਿਆਸੀ ਪਾਰਟੀਆਂ ਲੰਗਰ ਪਹੁੰਚਾਵਾਂਗੇ। ਰੈਲੀ ਉੱਤੇ ਉਹ ਕਹਿੰਦੇ ਨੇ ਕਿ ਪੰਥਕ ਰੈਲੀ ਹੈ, ਸਿੱਖਾਂ ਦਾ ਇਕੱਠ ਹੈ, ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਹੱਕ ਹੈ ਉੱਥੇ ਲੰਗਰ ਦੇਣ ਦਾ। ਉਹਨੂੰ ਉਹ ਇਸ ਤਰ੍ਹਾਂ ਜਸਟੀਫਾਈ ਕਰਦੇ ਨੇ। ਲੇਕਿਨ ਕੰਮ ਜਿਹੜਾ ਸਿਰਫ ਰੈਲੀਆਂ 'ਚ ਲੰਗਰ ਦੇਣ ਤੱਕ ਸੀਮਤ ਨਹੀਂ, ਕਿਉਂਕਿ ਫਾਈਨੈਂਸ਼ਲੀ ਅੱਧੀ ਏਡ ਤੇ ਇਹਨਾਂ ਨੂੰ ਜਿਹੜੀ ਹੈ ਨਾ ਇਨਡਾਇਰੈਕਟਲੀ, ਡਾਇਰੈਕਟ ਨਹੀਂ ਪੈਸੇ ਨਹੀਂ ਦਿੱਤੇ ਜਾਂਦੇ, ਕਾਰਾਂ ਭੇਜ ਦਿੱਤੀਆਂ ਜਾਂਦੀਆਂ ਨੇ ਉੱਥੇ ਕੰਮ ਕਰਨ ਲਈ ਜਿਹੜੇ ਗੁਰਦੁਆਰੇ ਦੇ ਅੰਡਰ ਗੱਡੀਆਂ ਨੇ। ਇਹ ਤਾਂ ਇੰਨਾ ਮਿਸਯੂਜ਼ ਹੋ ਰਿਹਾ SGPC ਦੇ ਪੈਸੇ ਦਾ ਜਿਹਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ। ਔਰ ਉਹ ਕਿਸੇ ਗਿਣਤੀ 'ਚ ਨਹੀਂ ਆਉਂਦਾ ਕਿਉਂਕਿ ਉਹ ਲੰਗਰ ਦੇ ਖਾਤੇ 'ਚ ਆ ਗਿਆ ਨਾ ਜੀ। ਲੰਗਰ ਲਈ ਇੰਨਾ ਰਾਸ਼ਨ ਆਇਆ, ਲੰਗਰ ਲਈ ਸਮਾਨ ਆਇਆ, ਉਹ ਲੰਗਰ ਦੇ ਖਾਤੇ ਵਿੱਚ ਆ ਗਿਆ। ਜੇ ਗੱਡੀਆਂ ਚੱਲੀਆਂ ਤੇ ਗੱਡੀਆਂ ਗੁਰਦੁਆਰੇ ਦੇ ਕੰਮ ਲਈ ਗੱਡੀਆਂ ਚੱਲੀਆਂ, ਪੈਟਰੋਲ ਬਣਿਆ। ਖਾਸੇ ਚਲੋ ਲੰਗਰ ਲਗਾ ਲਿਆ, ਕਿਸੇ ਨੂੰ ਤਾਂ ਹੀ ਨਹੀਂ ਹੈ, ਜੇ ਰੈਲੀ 'ਚ ਲਗਾ ਲਿਆ। ਪਰ ਬਾਕੀ ਸਿਆਸੀ ਪਾਰਟੀਆਂ ਵੀ ਹੈਗੀਆਂ ਨਾ ਜਿਹੜਾ ਸਾਰੀ ਪਾਰਟੀਆਂ ਵਾਸਤੇ ਲੰਗਰ ਲੈ ਕੇ ਜਾਣ, ਸਾਰਿਆਂ ਨੂੰ ਇੱਕੋ ਸਮਾਨਤਾ ਦੇਣ ਜਾਂ ਸਮਾਨਤਾ ਵਿੱਚ ਰੱਖਣ। ਇੱਥੇ ਚੰਡੀਗੜ੍ਹ ਦੇ ਵਿੱਚ ਇਹ ਹੋਇਆ ਸੀ ਪਿੱਛੇ, ਚੰਡੀਗੜ੍ਹ ਖਾਸ ਤੌਰ ਤੇ ਮੋਹਾਲੀ ਦੇ ਵਿੱਚ, ਕਿ ਇਹਨਾਂ ਨੇ ਇੱਕ ਗੁਰਦੁਆਰੇ ਵਾਲਿਆਂ ਨੂੰ ਕਿਹਾ ਕਿ ਇਲੈਕਸ਼ਨ ਵਾਲੇ ਦਿਨ ਸਾਡੇ ਜਿਹੜੇ ਬੂਥ ਨੇ ਉੱਥੇ ਉਹਨਾਂ ਨੂੰ ਲੰਗਰ ਪਹੁੰਚਾਓ। ਤੇ ਉੱਥੇ ਕੁਝ ਮੈਂਬਰਾਂ ਨੇ ਇਤਰਾਜ਼ ਕੀਤਾ ਵੀ ਅਕਾਲੀ ਦਲ ਦੇ ਵਰਕਰਾਂ ਨੂੰ ਹੀ ਕਿਉਂ ਪਹੁੰਚਾਇਆ ਜਾਏ। ਉਹਨਾਂ ਨੇ ਫਿਰ ਇਹ ਕੀਤਾ ਵੀ ਜਿੰਨੇ ਵੀ ਬੂਥ ਨੇ ਕਿਸੇ ਵੀ ਪਾਰਟੀ ਦੇ ਨੇ ਅਸੀਂ ਸਾਰਿਆਂ ਨੂੰ ਲੰਗਰ ਦੇਵਾਂਗੇ। ਇੱਕ ਫੇਸ ਸੇਵਿੰਗ ਜਿਹੜੀ ਹੈ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਤਾਂ ਧਾਰਮਿਕ ਪੱਖੋਂ SGPC ਦੇ ਮੈਂਬਰ ਨੇ, ਪਰ ਜੋ ਸਿਆਸਤ ਵਾਲੇ ਪਾਸੇ ਜਾ ਕੇ ਕਹਿਣਗੇ ਵੀ ਇੱਕ ਪਾਰਟੀ ਨੂੰ ਵੋਟਾਂ ਪਾ ਦਿਓ, ਸਿਆਸੀ ਪਾਰਟੀ ਨੂੰ ਵੋਟਾਂ ਪਾ ਦਿਓ, ਫਿਰ ਉਹ ਕਿੰਨੀ ਕੁ ਗੱਲ ਸਹੀ ਹੈ? ਉਹਨਾਂ ਪਿੱਛੇ ਦੇ ਬੰਦੇ ਹੋਣਗੇ ਨਾ। SGPC ਦਾ ਇਲੈਕਸ਼ਨ ਜਿਹੜਾ ਹੈ ਇਹ ਸਿਆਸੀ ਇਲੈਕਸ਼ਨ ਦੇ ਵਾਸਤੇ ਪੌੜੀ ਸਮਝੀ ਜਾਂਦੀ ਹੈ ਵੀ ਪਹਿਲਾਂ SGPC ਮੈਂਬਰ ਬਣ ਗਏ ਤੇ ਫਿਰ ਉਹਦੇ ਬਾਅਦ ਜਿਹੜਾ MLA ਦੀ ਟਿਕਟ ਮਿਲ ਗਈ। ਇਸ ਵਾਸਤੇ ਇਹ ਮਿਸ਼ਨਰੀਆਂ ਨੂੰ ਵੀ ਆਪਣੇ ਡੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਪ੍ਰੋਗਰੈਸਿਵ ਸੋਚ ਵਾਲੇ ਸਿੱਖ ਨੇ, ਜਿਹੜੇ ਗੁਰਮਤ ਨੂੰ ਅੰਡਰਸਟੈਂਡ ਕਰਨ ਵਾਲੇ ਪਾਸੇ ਪੈਂਦੇ ਨੇ, ਉਹਨਾਂ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਨੇੜੇ ਲਿਆਉਣ ਦਾ ਮਤਲਬ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਸੇ ਸਿਲਸਿਲੇ 'ਚ ਇਹਨਾਂ ਨੇ 26 ਅਕਤੂਬਰ ਨੂੰ ਮੰਜੀ ਸਾਹਿਬ ਇੱਕ ਮਿਸ਼ਨਰੀਆਂ ਦੀ ਜਿਹੜੀ ਹੈ ਉਹ ਕਾਨਫਰੰਸ ਕਰਾਈ ਸੀ। ਮਿਸ਼ਨਰੀ ਤੁਸੀਂ ਗੱਲ ਕਰਦੇ ਹੋ, ਮੈਨੂੰ ਲੱਗਦਾ ਸ਼ਾਇਦ SGPC ਜਾਂ ਮਿਸ਼ਨਰੀ ਨੂੰ ਲੈ ਕੇ ਕਿਤੇ ਵੀ ਇੱਕ ਟੇਬਲ ਤੇ ਬੈਠ ਕੇ ਇਹਨਾਂ ਨੇ ਗੱਲਬਾਤ ਕੀਤੀ ਹੋਣੀ, ਸ਼ਾਇਦ ਪਹਿਲੀ ਵਾਰ ਹੀ ਹੋਣਾ ਇਹ ਵੀ। ਇਹ ਪਹਿਲੀ ਵਾਰੀ ਹੋਇਆ 26 ਅਕਤੂਬਰ ਨੂੰ ਕਿ ਮਿਸ਼ਨਰੀਆਂ ਦੀ ਕਾਨਫਰੰਸ ਉਹ ਕਰਾਈ ਵੀ ਗਈ ਮੰਜੀ ਸਾਹਿਬ। ਵੋਟਾਂ ਦਿਖਦੀਆਂ ਪਿੱਛੇ, ਬਸ ਉਹਨਾਂ ਵੋਟਾਂ ਦੇ ਪਿੱਛੇ ਸਭ ਕੁਝ ਹੋ ਗਿਆ। ਔਰ ਮੈਂ ਤਾਂ ਇਹ ਕਹਾਂਗਾ ਕਿ ਬੜੀ ਦੁਖਦਾਈ ਗੱਲ ਹੈ ਕਿ ਮਿਸ਼ਨਰੀ ਵੀਰ ਇਹਨਾਂ ਦਾ ਪਾਇਆ ਹੋਇਆ ਚੋਗਾ ਚੁੱਕਦਾ।
ਦੁਬਾਰਾ ਫਿਰ ਐਸਜੀਪੀਸੀ ਦੀਆਂ ਚੋਣਾਂ ਹੋਈਆਂ, ਉਸ ਵਿੱਚ ਹਰਜਿੰਦਰ ਸਿੰਘ ਧਾਮੀ ਜੀ ਦਾ ਨਾਮ ਮੂਹਰੇ ਆਇਆ, ਉਹ ਐਸਜੀਪੀਸੀ ਦੇ ਪ੍ਰਧਾਨ ਬਣਨਗੇ। ਸਭ ਤੋਂ ਅਹਿਮ ਸਵਾਲ ਹੈ ਕਿ ਕੋਈ ਵੀ ਵਿਅਕਤੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਬਣਦੇ ਨੇ ਉਹ ਲੰਮਾ ਸਮਾਂ ਤੱਕ ਕਿਉਂ ਨਹੀਂ ਕਾਰਜਕਾਲ ਸੰਭਾਲਦੇ। ਉਹ ਦੂਸਰੀ ਗੱਲ ਹੈ ਕਿ ਵਾਕਈ ਹੀ ਜੇਬ ਵਿੱਚੋਂ ਹੀ ਐਸਜੀਪੀਸੀ ਦੇ ਪ੍ਰਧਾਨ ਨਿਕਲਦੇ ਨੇ। ਆਪਾਂ ਪਿਛਲੇ ਕਾਫੀ ਲੰਮੇ ਸਮੇਂ ਦੀ ਗੱਲ ਕਰ ਲਈਏ, ਹੁਣ ਤੱਕ ਚੋਣਾਂ ਵੀ ਨਹੀਂ ਹੋਈਆਂ, ਪਿਛਲੇ 9-10 ਸਾਲ ਦੀ ਗੱਲ ਕਰ ਲਈਏ, ਇਲੈਕਸ਼ਨ ਨੂੰ ਲੈ ਕੇ ਵੀ ਇੱਕ ਖਿੱਚੋਤਾਣੀ ਬਣੀ ਹੋਈ ਸੀ ਵੀ ਇਲੈਕਸ਼ਨ ਕਿਉਂ ਨਹੀਂ ਹੁੰਦੇ ਪਏ। ਲਗਾਤਾਰ ਇਹ ਵੀ ਚਰਚਾ ਛੜੀ ਜਾਂਦੀ, ਇੱਕ ਪਰਿਵਾਰ ਜੋ ਹੈ ਉਹ ਕਾਬਜ਼ ਹੈ ਕਿ ਵਾਕਈ ਜੋ ਐਸਜੀਪੀਸੀ ਦੇ ਪ੍ਰਧਾਨ ਬਣੇ ਨੇ ਉਹ ਇੱਕ ਜੇਬ ਚੋਂ ਨਿਕਲੇ ਨੇ ਕਿ ਜੋ ਹਾਊਸ ਵਿੱਚ ਚੋਣ ਹੋਈ ਸੀ ਉਸ ਤੋਂ ਪਹਿਲਾਂ ਹੀ ਚਿੱਠੀ ਆ ਜਾਂਦੀ ਹੈ ਵੀ ਇਸ ਨਾਮ ਦੇ ਉੱਤੇ ਮੋਹਰ ਲੱਗਣੀ ਚਾਹੀਦੀ ਹੈ। ਜਦ ਜਿਹੜੇ ਚੁਣੇ ਹੋਏ ਉੱਥੇ ਮੈਂਬਰ ਨੇ ਉਹਨਾਂ ਕੋਲ ਇੰਨੀ ਪਾਵਰ ਹੁੰਦੀ ਹੈ ਕਿ ਉਹ ਆਪਣੀ ਮਰਜ਼ੀ ਦੇ ਨਾਲ ਐਸਜੀਪੀਸੀ ਦਾ ਪ੍ਰਧਾਨ ਚੁਣ ਲੈਣ, ਕਿ ਇੰਨੀ ਪਾਵਰ ਉਹ ਰੱਖਦੇ ਨੇ। ਤਾਂ ਦੂਸਰੇ ਪਾਸੇ ਇੱਕ ਹੋਰ ਵੀ ਸਿਆਸਤ ਪੱਖੋਂ ਹੀ ਗੱਲ ਕਰੀਏ, ਇੱਕ ਹੋਰ ਵੀ ਚੀਜ਼ ਚੱਲਦੀ ਆਈ ਸੀ। ਸੰਨ 2017 ਵਿੱਚ ਵੀ ਸਪੀਚਾਂ ਕੱਢ ਕੇ ਸੁਣੋਗੇ ਆਮ ਆਦਮੀ ਪਾਰਟੀ ਤੇ ਹੋਰ ਸਿਆਸੀ ਪਾਰਟੀ ਦੀਆਂ। ਉਸ ਸਮੇਂ ਵੀ ਕਹਿੰਦੇ ਸੀ ਜੋ ਲੰਗਰ ਹੈਗਾ, ਜਿੱਥੇ ਵੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਹੁੰਦੀ ਹੈ ਐਸਜੀਪੀਸੀ ਉੱਥੇ ਲੰਗਰ ਪਹੁੰਚਾਉਂਦੀ ਹੈ। ਕਿ ਵਾਕਈ ਵੀ ਗੱਲ ਸਹੀ ਹੈ? ਕੋਈ ਕੈਂਡੀਡੇਟ ਖੜਾ ਹੁੰਦਾ ਜਾਂ ਰੈਲੀਆਂ ਹੁੰਦੀਆਂ ਨੇ, ਐਸਜੀਪੀਸੀ ਕਿਸੇ ਇੱਕ ਸਿਆਸੀ ਪਾਰਟੀ ਨੂੰ ਲੰਗਰ ਪਹੁੰਚਾ ਸਕਦੀ ਹੈ। ਜੇ ਇੱਕ ਸਿਆਸੀ ਪਾਰਟੀ ਲੰਗਰ ਪਹੁੰਚ ਸਕਦਾ ਫਿਰ ਬਾਕੀ ਸਿਆਸੀ ਪਾਰਟੀਆਂ ਨੂੰ ਕਿਉਂ ਨਹੀਂ ਲੰਗਰ ਜਾ ਸਕਦਾ? ਸਾਡੇ ਨਾਲ ਮੌਜੂਦ ਨੇ ਰਜਿੰਦਰ ਸਿੰਘ ਖਾਲਸਾ ਜੀ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸ਼ੁਰੂਆਤ ਕਰਾਂਗੇ ਜੇਬ ਤੋਂ ਕਿ ਵਾਕਈ ਹੀ ਜੇਬ ਵਿੱਚੋਂ ਦੀ ਐਸਜੀਪੀਸੀ ਦੇ ਪ੍ਰਧਾਨ ਨਿਕਲੇ ਨੇ, 2-3 ਦਿਨ ਪਹਿਲਾਂ ਹੀ ਪ੍ਰਧਾਨ ਬਣੇ ਨੇ। ਤਾਂ ਜ਼ਿਕਰ ਕਰਾਂਗੇ ਪਿਛਲੇ ਲੌਂਗੋਵਾਲ ਪ੍ਰਧਾਨ ਜੀ ਦਾ ਵੀ, ਜੋ ਕਿਉਂ ਨਹੀਂ ਜ਼ਿਆਦਾ ਸਮਾਂ ਰਹਿ ਪਾਏ। ਉਸ ਪਿੱਛੇ ਵੀ ਆਪਾਂ ਨਜ਼ਰ ਮਾਰ ਕੇ ਦੇਖਾਂਗੇ ਜ਼ਿਆਦਾ ਇਹਨਾਂ ਦਾ ਕਾਰਜਕਾਲ ਕਿਉਂ ਨਹੀਂ ਹੁੰਦਾ, ਕਿ ਇਸ ਉੱਪਰ ਵੀ ਕੋਈ ਵਾਅਦਾ ਹੁੰਦੀ ਹੈ, ਕਿ ਇਸ ਉੱਪਰ ਵੀ ਕਿਸੇ ਨੂੰ ਸਮੱਸਿਆ ਹੈ, ਕਿ ਇਸ ਉੱਪਰ ਵੀ ਕਿਤੇ ਨਾ ਕਿਤੇ ਸ਼ੰਕਾ ਹੁੰਦੀ ਹੈ ਜੇ ਕੋਈ ਲੰਬਾ ਸਮਾਂ ਰਹਿ ਗਿਆ ਕਾਰਜਕਾਲ ਕਿਸੇ ਦਾ ਉਹ ਆਪਣੀ ਪਕੜ ਨਾ ਬਣਾ ਲਵੇ। ਰਜਿੰਦਰ ਸਿੰਘ ਖਾਲਸਾ ਸਾਡੇ ਨਾਲ ਨੇ, ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ। ਖਾਲਸਾ ਜੀ, ਖਾਲਸਾ ਵਾਹਿਗੁਰੂ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਬੜੀ ਚਰਚਾ ਬਣੀ ਹੁੰਦੀ ਹੈ, ਆਪਾਂ ਦੇਖਦੇ ਹਾਂ ਅਖਬਾਰਾਂ ਦੇ ਵਿੱਚ, ਤੁਸੀਂ ਵੀ ਇੰਟਰਵਿਊ ਕੀਤੀਆਂ ਹੋਈਆਂ, ਉਹਦੇ ਵਿੱਚ ਵੀ ਜ਼ਿਕਰ ਕੀਤਾ ਵੀ ਜੇਬ ਵਿੱਚੋਂ ਐਸਜੀਪੀਸੀ ਦੇ ਪ੍ਰਧਾਨ ਨਿਕਲਦੇ ਨੇ। ਕਿ ਵਾਕਈ ਜੋ ਹੁਣ ਐਸਜੀਪੀਸੀ ਦੇ ਪ੍ਰਧਾਨ ਬਣੇ ਨੇ ਉਹ ਜੇਬ ਵਿੱਚੋਂ ਨਿਕਲੇ ਨੇ ਜਾਂ ਮੈਂਬਰਾਂ ਨੇ ਵਾਕਈ ਚੋਣ ਕਰਕੇ ਉਹਨਾਂ ਨੂੰ ਐਸਜੀਪੀਸੀ ਦਾ ਪ੍ਰਧਾਨ ਬਣਾਇਆ? ਨਹੀਂ, ਦੇਖੋ ਇਹ ਗੱਲ ਨਾ ਬੜੀ ਸਮਝਣ ਵਾਲੀ ਹੈ। ਇਹ ਹਰਜਿੰਦਰ ਸਿੰਘ ਧਾਮੀ ਜੀ ਜਿਹੜੇ ਹੁਣ ਪ੍ਰਧਾਨ ਬਣੇ ਨੇ, ਉਹਨਾਂ ਨੇ ਪ੍ਰਧਾਨ ਬਣਨ ਤੋਂ ਬਾਅਦ ਇੰਟਰਵਿਊ ਦੇ ਕੇ ਕਿਹਾ ਸੀ ਕਿ ਦੇਖੋ ਜੀ, ਸਾਰੇ ਕਹਿੰਦੇ ਨੇ ਜੇਬ ਚੋਂ ਨਿਕਲਦੇ ਨੇ, ਦੇਖੋ ਮੇਰਾ ਇਲੈਕਸ਼ਨ ਹੋਇਆ, ਮੈਨੂੰ ਇੰਨੀਆਂ ਵੋਟਾਂ ਪਈਆਂ, 116 ਵੋਟਾਂ ਪਈਆਂ, ਵਿਰੋਧੀ ਨੂੰ ਇੰਨੀਆਂ ਪਈਆਂ, 17 ਪਈਆਂ ਜਾਂ ਕੁਛ ਇਸ ਤਰ੍ਹਾਂ, ਤੇ ਇਲੈਕਸ਼ਨ ਹੋਇਆ ਪ੍ਰੋਪਰਲੀ। ਇਹਦੇ ਵਿੱਚ ਕੋਈ ਸ਼ੱਕ ਨਹੀਂ, ਹਰ ਵਾਰੀ ਇਲੈਕਸ਼ਨ ਹੁੰਦਾ। ਲੇਕਿਨ ਇੱਕ ਦਿਨ ਪਹਿਲੇ ਤੱਕ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਕਿਹਦਾ ਨਾਂ ਚੱਲ ਰਿਹਾ, ਕਿੰਨੇ ਪ੍ਰਧਾਨ ਬਣਨਾ। ਹੁਣ ਧਾਮੀ ਸਾਹਿਬ ਦੇ ਬਣਨ ਤੋਂ ਪਹਿਲੇ ਵੀ 3-4 ਨਾਵਾਂ ਦੀ ਚਰਚਾ ਚੱਲ ਰਹੀ ਸੀ। ਇਹ ਵੀ ਚੱਲ ਰਿਹਾ ਸੀ ਕਿ ਬੀਬੀ ਕੰਟੀਨਿਊ ਕਰ ਸਕਦੀ ਹੈ, ਇਹ ਵੀ ਬਡੂੰਗਰ ਸਾਹਿਬ ਦਾ ਨਾਮ ਹੀ ਚੱਲ ਰਿਹਾ ਸੀ, ਜਿਹੜੇ ਹੁਣ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਬਣੇ, ਮੈਨੂੰ ਨਾਂ ਨਹੀਂ ਧਿਆਨ ਆ ਰਿਹਾ, ਉਹਨਾਂ ਦਾ ਨਾਮ ਹੀ ਚੱਲ ਰਿਹਾ ਸੀ। ਇਸ ਤਰ੍ਹਾਂ ਕੁਝ ਨਾਂ ਪਹਿਲਾਂ ਚੱਲ ਰਹੇ ਸਨ, ਧਾਮੀ ਸਾਹਿਬ ਦਾ ਵੀ ਸੀ ਉਹਦੇ ਵਿੱਚ। ਲੇਕਿਨ ਇੱਕ ਦਿਨ ਪਹਿਲੇ ਤੱਕ ਕਿਸੇ ਨੂੰ ਨਹੀਂ ਸੀ ਪਤਾ ਕਿ ਧਾਮੀ ਸਾਹਿਬ ਨੇ ਬਣਨਾ। ਉਹ ਇੱਕ ਦਿਨ ਪਹਿਲਾਂ ਇੱਕ ਮੀਟਿੰਗ ਕਰਕੇ ਤੇ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਨੇ ਉਹਨੂੰ ਪਾਵਰਸ ਦਿੱਤੀਆਂ ਜਾਂਦੀਆਂ ਨੇ ਜੀ ਕਿ ਤੁਸੀਂ ਜਿਹਨੂੰ ਮਰਜ਼ੀ ਨਿਯੁਕਤ ਕਰ ਦਿਓ, ਤੇ ਜਿਸ ਦਿਨ ਇਲੈਕਸ਼ਨ ਹੁੰਦਾ ਉਸ ਦਿਨ ਪ੍ਰਧਾਨ ਜਿਹੜਾ ਉਹ ਆਪਣੀ ਜੇਬ ਚੋਂ ਕੱਢਦਾ। ਐਂਡ ਜੇਬ ਚੋਂ ਕੱਢਣ ਦਾ ਇਹ ਮਤਲਬ ਹੈ ਕਿ ਆਹ ਸਾਡਾ ਕੈਂਡੀਡੇਟ ਹੈ, ਤੇ ਉਹ ਸਾਰਿਆਂ ਦਾ ਸਹਿਮਤੀ ਪਹਿਲਾਂ ਹੋਈ ਹੁੰਦੀ ਹੈ, ਤੇ ਉਹ ਜਿਹੜਾ ਪ੍ਰਧਾਨ ਉਹਨੂੰ ਵੋਟਾਂ ਪਾ ਦਿੰਦੇ ਨੇ। ਸਾਰੇ ਅਕਾਲੀ ਦਲ ਦੇ ਮੈਂਬਰ ਜਿਹੜੇ ਨੇ, ਜਿਹੜੇ ਐਸਜੀਪੀਸੀ ਮੈਂਬਰ ਅਕਾਲੀ ਦਲ ਵੱਲੋਂ ਚੁਣ ਕੇ ਆਏ ਹੋਏ ਨੇ, ਉਹ ਸਾਰੇ ਉਹਨੂੰ ਵੋਟ ਪਾ ਦਿੰਦੇ ਨੇ। ਜਿਹੜਾ ਇਲੈਕਸ਼ਨ ਹੋਇਆ ਇਹਦੇ ਵਿੱਚ ਕੋਈ ਸ਼ੱਕ, ਮਤਲਬ ਸ਼ੰਕੇ ਵਾਲੀ ਗੱਲ ਹੀ ਨਹੀਂ ਸੀ। ਇੱਕ ਤਾਂ ਹੁੰਦਾ ਨਾ ਕਿ ਉੱਥੇ ਬਰਾਬਰੀ ਦਾ ਇਲੈਕਸ਼ਨ ਹੋਵੇ, ਜਾਂ ਅਕਾਲੀ ਦਲ ਦੇ ਮੈਂਬਰਾਂ ਜਿੰਨੀ ਜ਼ਰੂਰਤ ਹੋਵੇ ਵੀ ਉਹ ਕਿਸੇ ਮੈਂਬਰ ਨੂੰ ਨਕਾਰ ਸਕਣ ਕਿ ਅਸੀਂ ਨਹੀਂ ਇਹਨੂੰ ਵੋਟ ਪਾਉਣੀ, ਅਸੀਂ ਦੂਜੇ ਨੂੰ ਪਾਵਾਂਗੇ। ਉਹ ਤਾਂ ਗੱਲ ਹੈ ਨਹੀਂ। ਜਿਵੇਂ ਇੱਕ ਰਿਲੀਜੀਅਸ ਬਾਡੀ ਹੈ, ਧਾਰਮਿਕ ਬਾਡੀ ਹੈ, ਉਹਦੇ ਵਿੱਚ ਇਸ ਤਰ੍ਹਾਂ ਧੜੇਬਾਜ਼ੀ ਵਾਲੀਆਂ ਵੋਟਾਂ ਨਹੀਂ ਹੋਣੀਆਂ ਚਾਹੀਦੀਆਂ। ਉਹਦੇ ਵਿੱਚ ਤਾਂ ਕੌਨਸ਼ੀਅਸ ਵੋਟ ਹੋਣੀ ਚਾਹੀਦੀ ਹੈ। ਉਹ ਕੌਨਸ਼ੀਅਸ ਵੋਟ ਨਹੀਂ ਹੈ, ਇਸ ਕਰਕੇ ਕਿਹਾ ਜਾਂਦਾ ਕਿ ਜੇਬ ਚੋਂ ਨਿਕਲਿਆ। ਪਾਵਰ ਹੈ ਨਹੀਂ ਜੋ ਐਸਜੀਪੀਸੀ ਦੀਆਂ ਚੋਣਾਂ ਲੜ ਕੇ ਆਪਣੇ ਹਲਕਿਆਂ ਦੇ ਵਿੱਚ ਉੱਥੇ ਗਏ ਨੇ। ਐਸਜੀਪੀਸੀ ਵਿੱਚ ਮੌਜੂਦਾ ਜੋ ਮੈਂਬਰ ਹੈਗੇ ਨੇ ਉਹਨਾਂ ਕੋਲ ਇੰਨੀ ਵੀ ਪਾਵਰ ਨਹੀਂ ਹੈਗੀ ਕਿ ਪਾਵਰ ਹੁੰਦੀ ਹੈ ਉਹ ਆਪਣੇ ਇਸਤੇਮਾਲ ਨਹੀਂ ਕਰਨਾ ਚਾਹੁੰਦੇ, ਜੇ ਪਾਵਰ ਕਿਸੇ ਹੋਰ ਦੇ ਹੱਥ ਹੁੰਦੀ ਹੈ। ਨਹੀਂ, ਪਾਵਰ ਤੇ ਦੇਖੋ ਉਹਨਾਂ ਦਾ ਅਖਤਿਆਰ ਹੈ, ਉਹ ਜਿਹਨੂੰ ਚਾਹਣ ਵੋਟ ਪਾਉਣ। ਲੇਕਿਨ ਫਿਰ ਉਹ ਅਕਾਲੀ ਦਲ ਵਾਲੇ ਜਿਹੜੇ ਉਹਦੇ ਖਿਲਾਫ ਜਿਹੜਾ ਉਹ ਐਕਸ਼ਨ ਲੈਣਗੇ ਕਿ ਇਹ ਤੂੰ ਡਿਸਿਪਲਿਨ ਤੋੜਿਆ ਪਾਰਟੀ ਦਾ,
ਔਰ ਜਿਨ੍ਹਾਂ ਦੀ ਸਰਕਾਰ ਹੋਵੇ ਜਾਂ ਈਵਨ ਇੰਨੀ ਪਾਵਰਫੁਲ ਪੋਲੀਟੀਕਲ ਪਾਰਟੀ ਹੋਵੇ, ਉਹਦੇ ਸਾਹਮਣੇ ਖਲੋਣ ਦੀ ਕਿਸੇ ਇੰਡੀਵਿਜੂਅਲ ਦੀ ਜਿਹੜੀ ਹੈ ਉਹ ਜੁਰਤ ਵੀ ਨਹੀਂ ਹੁੰਦੀ, ਤਾਕਤ ਵੀ ਨਹੀਂ ਹੁੰਦੀ। ਔਰ ਇਹ ਤਾਂ ਸਾਰੇ ਜਿਹੜੇ ਨੇ ਇਹਨਾਂ ਦੀਆਂ ਜ਼ਮੀਰਾਂ ਖਰੀਦੀਆਂ ਹੋਈਆਂ ਨੇ ਅਕਾਲੀ ਲੀਡਰਾਂ ਨੇ, ਉਹ ਜੁਰਤ ਨਹੀਂ ਕਰ ਸਕਦੇ ਕਿ ਇਹਨਾਂ ਤੋਂ ਬਾਹਰ ਜਾਣ। ਉਹ ਜਿਹੜਾ ਨਾਂ ਅਕਾਲੀ ਦਲ ਦਾ ਪ੍ਰਧਾਨ ਕਹਿ ਦੇਗਾ ਉਹਨੂੰ ਹੀ ਵੋਟਾਂ ਪਾਉਣਗੇ, ਉਹੀ ਹੁੰਦਾ। ਇਸ ਕਰਕੇ ਕਿਹਾ ਜਾਂਦਾ ਵੀ ਉਹਦੀ ਜੇਬ ਚੋਂ ਨਿਕਲਿਆ, ਕਿਉਂਕਿ ਇੱਕ ਦਿਨ ਪਹਿਲੇ ਤੱਕ ਤਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਕਿੰਨੇ ਬਣਨਾ। ਉਸ ਦਿਨ ਇੱਕਦਮ ਹੀ ਹੋਇਆ ਨਾ, ਉਹਦਾ ਨਾਂ ਸਾਹਮਣੇ ਲਿਆਂਦਾ ਗਿਆ, ਆਇਆ ਨਹੀਂ, ਲਿਆਂਦਾ ਗਿਆ। ਕਿਹਦੇ ਵੱਲੋਂ ਲਿਆਂਦਾ ਗਿਆ? ਅਕਾਲੀ ਦਲ ਦੇ ਪ੍ਰਧਾਨ ਵੱਲੋਂ ਲਿਆਂਦਾ ਗਿਆ ਵੀ ਆਹ ਕੈਂਡੀਡੇਟ, ਵੋਟਾਂ ਪੈ ਗਈਆਂ। ਹੋਏ ਤੁਸੀਂ ਹੁਣ ਵੀ ਇੱਕ ਗੱਲ ਦੱਸਦੇ ਸੀ ਕਿ ਲੰਮਾ ਸਮਾਂ ਤੱਕ ਐਸਜੀਪੀਸੀ ਦੇ ਪ੍ਰਧਾਨ ਕਿਉਂ ਨਹੀਂ ਕੋਈ ਰਹਿੰਦਾ। ਮੱਕੜ ਸਾਹਿਬ ਰਹੇ ਨੇ, 5-6 ਸਾਲ ਤੱਕ ਰਹੇ ਨੇ। ਬਾਕੀ ਲੌਂਗੋਵਾਲ ਦੀ ਗੱਲ ਕਰ ਲਈਏ, ਬੀਬੀ ਜਗੀਰ ਕੌਰ ਦੀ ਗੱਲ ਕਰ ਲਈਏ, ਹੁਣ ਹਰਜਿੰਦਰ ਸਿੰਘ ਧਾਮੀ ਵੀ ਆ ਗਏ ਨੇ। ਕਿਉਂ ਨਹੀਂ ਕੋਈ ਕਾਰਜਕਰ ਕਿਸੇ ਦਾ ਲੰਬਾ ਚੱਲਦਾ? ਨਹੀਂ ਦੇਖੋ, ਇਹ ਤੇ ਜਿਹੜਾ ਨਾ ਅਕਾਲੀ ਲੀਡਰਸ਼ਿਪ ਦੇ ਵਿੱਚ ਇਨਸਿਕਿਉਰਿਟੀ ਹੈ। ਉਹਨਾਂ ਨੂੰ ਇਹ ਡਰ ਹੈ ਕਿ ਕੋਈ ਲੰਬਾ ਸਮਾਂ ਰਹਿ ਕੇ ਕਾਬਜ਼ ਨਾ ਹੋ ਜਾਏ, ਇੰਨੇ ਮੈਂਬਰਾਂ ਨੂੰ ਆਪਣੇ ਨਾਲ ਗੱਠ ਲਵੇ। ਕਿਉਂਕਿ ਉਹਨਾਂ ਨੇ ਵੇਖਿਆ ਕਿ ਟੋੜਾ ਸਾਹਿਬ ਦੇ ਸਮੇਂ ਦੇ ਉੱਤੇ ਟੋੜਾ ਸਾਹਿਬ ਨੇ ਬਹੁਤੇ ਐਸਜੀਪੀਸੀ ਮੈਂਬਰ ਜਿਹੜੇ ਆਪਣੇ ਨਾਲ ਜੁੜੇ ਹੋਏ ਸੀ। ਉਸੇ ਸਦਕਾ ਹੀ ਉਹ ਹਰ ਵਾਰੀ 26 ਸਾਲ ਪ੍ਰਧਾਨ ਬਣਦੇ ਰਹੇ। ਹਾਲੇ ਕਿ ਉਦੋਂ ਇਲੈਕਸ਼ਨ ਨਹੀਂ ਹੋਇਆ, ਵਿੱਚ ਐਸਜੀਪੀਸੀ ਦਾ ਇਲੈਕਸ਼ਨ ਨਹੀਂ ਹੋਇਆ, ਪ੍ਰਧਾਨ ਦਾ ਇਲੈਕਸ਼ਨ ਤਾਂ ਹੁੰਦਾ ਰਿਹਾ। ਜਿਹੜਾ ਕਹਿੰਦੇ ਆ ਨਾ 26 ਸਾਲ ਉਹ ਪ੍ਰਧਾਨ ਰਹੇ, ਉਹ ਇਸ ਕਰਕੇ ਰਹੇ। ਐਸਜੀਪੀਸੀ ਦਾ ਇਲੈਕਸ਼ਨ ਤਾਂ ਹੋਇਆ ਨਹੀਂ। ਅਤੇ ਉਹ ਜਿਹੜੇ ਉਸ ਵੇਲੇ ਦੇ ਮੈਂਬਰ ਸਨ, ਉਹਨਾਂ ਨੇ ਆਪਣੇ ਨਾਲ ਬੜਾ ਪੱਕਾ ਜੋੜਿਆ ਹੋਇਆ ਸੀ। ਉਹ ਸਮਝਦੇ ਸਨ ਵੀ ਇਹ ਆਲ ਪਾਵਰਫੁਲ ਹੈ। ਇਹਦੇ ਪਿੱਛੇ ਹੋਰ ਬੜੀਆਂ ਵੱਡੀਆਂ ਸਾਰੀਆਂ ਖੇਡਾਂ ਨੇ, ਕਿਵੇਂ ਉਹਨਾਂ ਦੀਆਂ ਜ਼ਮੀਰਾਂ ਜਿਹੜੀਆਂ ਖਰੀਦੀਆਂ ਹੋਈਆਂ ਸਨ, ਉਹ ਵੱਡੀ ਮੁੱਲ ਪਾ ਕੇ, ਜਿਸ ਵੇਲੇ ਸਰਕਾਰ ਸੀ ਬਾਦਲ ਸਾਹਿਬ ਦੀ, ਅਤੇ ਉਹਨਾਂ ਨੇ ਵੱਡੀ ਮੁੱਲ ਪਾ ਕੇ ਉਹਨਾਂ ਨੇ ਖਰੀਦ ਲਈਆਂ। ਜਿਹੜੀਆਂ ਵਿਕੀਆਂ ਹੋਈਆਂ ਜ਼ਮੀਰਾਂ ਹੁੰਦੀਆਂ ਨੇ। ਤਾਂ ਧਰਮ ਪਿੱਛੇ ਇੱਕ ਧਰਮ ਹੈ, ਇੱਕ ਆਪਾਂ ਕਹਿ ਲਈਏ ਸਿੱਖਾਂ ਦਾ। ਉੱਥੇ ਜਾ ਕੇ ਨਤਮਸਤਕ ਹੁੰਦੇ ਨੇ, ਉੱਥੇ ਜਾ ਕੇ ਆਪਣੀ ਹਰ ਇੱਕ ਅਰਦਾਸ ਪੂਰੀ ਕਰਨ ਜਾਂਦੇ ਨੇ। ਫਿਰ ਤੁਸੀਂ ਕਹਿੰਦੇ ਉੱਥੇ ਵੀ ਉਹ ਵਿਕੇ ਹੋਏ ਨੇ, ਜੋ ਉੱਥੇ ਵੀ ਜ਼ਮੀਨਾਂ ਮਰੀਆਂ ਹੋਈਆਂ ਨੇ। ਵਿਜੇ ਜੀ, ਗੱਲ ਇਹ ਹੈ ਕਿ ਧਾਰਮਿਕ ਇਸ ਕਰਕੇ ਕਿਹਾ ਜਾਂਦਾ ਹੈ ਕਿ ਸਾਡੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਜਿਹੜੀ ਹੈ ਉਹਦੀ ਚੋਣ ਹੈ, ਲੇਕਿਨ ਉਹ ਸਿਆਸਤ ਤੋਂ ਮੁਕਤ ਤੇ ਨਹੀਂ ਹੋ ਸਕਦੀ। ਉਹ ਸਿਆਸਤ ਭਾਵੇਂ ਸਿੱਖਾਂ ਦੀ ਅੰਦਰੂਨੀ ਸਿਆਸਤ ਹੀ ਹੋਵੇ, ਬਾਹਰ ਦੀ ਨਾ ਹੋਵੇ। ਸ਼ਾਇਦ ਤੁਹਾਨੂੰ ਨਹੀਂ ਪਤਾ, ਤੁਹਾਡੀ ਉਮਰ ਬਹੁਤ ਛੋਟੀ ਹੈ। ਪਹਿਲਾਂ ਤੇ ਕਾਮਰੇਡ ਵੀ ਐਸਜੀਪੀਸੀ ਦੀਆਂ ਇਲੈਕਸ਼ਨ ਲੜਦੇ ਰਹੇ ਨੇ। ਕਾਂਗਰਸ ਵਾਲੇ ਆਪਣੇ ਤੌਰ ਤੇ ਐਸਜੀਪੀਸੀ ਦੀਆਂ ਇਲੈਕਸ਼ਨ ਲੜਦੇ ਰਹੇ ਨੇ। ਇਹ ਤੇ ਪਿਛਲੇ ਤਕਰੀਬਨ 45 ਤੋਂ 50 ਸਾਲ ਦੇ ਵਿੱਚ ਜਿਹੜਾ ਚੇਂਜ ਆਇਆ ਕਿ ਪੰਥਕ ਜਥੇਬੰਦੀਆਂ ਹੀ ਲੜਦੀਆਂ ਨੇ। ਉਹ ਲੋਕ ਜਿਹੜੇ ਨੇ ਉਹ ਪਾਸੇ ਹੋ ਗਏ ਨੇ। ਉਹਨਾਂ ਵੇਖਿਆ ਵੀ ਉਹਨਾਂ ਦੇ ਵਕਾਰ ਦੇ ਉੱਤੇ ਵੈਸੇ ਵੀ ਚੋਟ ਪੈਂਦੀ ਹੈ। ਲੇਕਿਨ ਇੱਕ ਪੋਲੀਟੀਕਲ ਪਾਰਟੀ ਜਿਹੜੀ ਜਿਸ ਵੇਲੇ ਐਸਜੀਪੀਸੀ ਦੀ ਚੋਣ ਹੈ ਤੇ ਆਪਣੇ ਆਪ ਨੂੰ ਰਿਲੀਜੀਅਸ ਪੇਸ਼ ਕਰਦੀ ਹੈ, ਤੇ ਜਿਸ ਵੇਲੇ ਦੂਜੀਆਂ ਚੋਣਾਂ ਨੇ ਤੇ ਉਸ ਵੇਲੇ ਆਪਣੇ ਆਪ ਨੂੰ ਸਿਆਸੀ ਪਾਰਟੀ ਦੇ ਤੌਰ ਤੇ ਪੇਸ਼ ਕਰਦੀ ਹੈ। ਹੁਣ ਅਕਾਲੀ ਦਲ ਦੇ ਖਿਲਾਫ ਕੇਸ ਵੀ ਚੱਲ ਰਿਹਾ ਨਾ ਕੋਰਟ ਦੇ ਵਿੱਚ। ਇਹਨਾਂ ਨੇ ਡਬਲ ਕਨਸਟੀਟਿਊਸ਼ਨ ਬਣਾਇਆ ਹੋਇਆ। ਐਸਜੀਪੀਸੀ ਚੋਣਾਂ ਲੜਨ ਦੇ ਵਾਸਤੇ ਇਹਨਾਂ ਨੇ ਆਪਣਾ ਧਾਰਮਿਕ ਮੁਖੌਟਾ ਰੱਖਿਆ ਹੋਇਆ, ਤੇ ਵੈਸੇ ਆਪਣੇ ਆਪ ਨੂੰ ਪੰਜਾਬੀ ਪਾਰਟੀ ਡਿਕਲੇਅਰ ਕਰ ਚੁੱਕੇ ਨੇ ਪੋਲੀਟੀਕਲ ਪਾਰਟੀ ਦੇ ਤੌਰ ਤੇ ਕਬਜ਼ਾ ਤੇ ਉਹਨਾਂ ਦਾ ਹੀ ਹੈ, ਸੋਚ ਉਹਨਾਂ ਦੀ ਚੱਲਦੀ ਪਈ ਹੈ। ਉਹ ਆਪਣੀ ਪੂਰੀ ਸਿਆਸਤ ਉਹਦੇ ਵਿੱਚ ਖੇਡਦੇ ਨੇ। ਈਵਨ ਜਿਹੜੀਆਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜੀਆਂ ਜਾਂਦੀਆਂ ਨੇ, ਉਹਦੇ ਵਿੱਚੋਂ ਜੋ ਪੋਲੀਟੀਕਲ ਇਲੈਕਸ਼ਨਸ ਦੇ ਵਿੱਚ ਗੰਦ ਘੋਲਦੇ ਨੇ, ਉਹੀ ਗੰਦ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੇ ਵਿੱਚ ਘੋਲਦੇ ਨੇ। ਉਹੀ ਸ਼ਰਾਬਾਂ ਪਈਆਂ ਜਾਂਦੀਆਂ ਨੇ, ਉਹ ਲੋਕਾਂ ਨੂੰ ਪੈਸੇ ਵੰਡੇ ਜਾਂਦੇ ਨੇ, ਉਹੀ ਝੂਠੀਆਂ ਵੋਟਾਂ ਬਣਵਾਈਆਂ ਜਾਂਦੀਆਂ ਨੇ, ਝੂਠੀਆਂ ਵੋਟਾਂ ਭੁਗਤਾਈਆਂ ਜਾਂਦੀਆਂ ਨੇ। ਆਹ ਸਭ ਕੁਝ ਜਿਹੜਾ ਉਹਦੇ ਵਿੱਚ ਵੀ ਹੁੰਦਾ। ਤੁਸੀਂ ਕਦੀ ਲਿਸਟ ਕਢਾ ਕੇ ਦੇਖਣਾ ਕਿ ਪੰਜਾਬ ਦੇ ਵਿੱਚ ਕਿੰਨਾ ਸਿੱਖ ਵੋਟਰ ਹੈ ਤੇ ਕਿੰਨਾ ਐਸਜੀਪੀਸੀ ਵੋਟ ਪਾਉਂਦਾ। ਤੁਸੀਂ ਹੈਰਾਨ ਰਹਿ ਜਾਓਗੇ ਕਿ ਇਹ 20% ਵੀ ਨਹੀਂ ਜਿਹੜੇ ਐਸਜੀਪੀਸੀ ਦੇ ਵਿੱਚ ਵੋਟ ਪਾਉਂਦੇ ਨੇ। ਜਿਹੜਾ ਟੋਟਲ ਸਿੱਖ ਵੋਟਰ ਹੈ ਪੰਜਾਬ ਦਾ, ਜਾਂ ਇਹਦਾ ਖੇਤਰ ਜਿਹੜਾ ਸਿਰਫ ਪੰਜਾਬ ਤੱਕ ਸੀਮਤ ਨਹੀਂ। ਐਸਜੀਪੀਸੀ ਦਾ ਖੇਤਰ ਜਿਹੜਾ ਹੈ ਹਰਿਆਣਾ ਵੀ ਪੂਰਾ ਇਹਦੇ ਵਿੱਚ ਆਉਂਦਾ ਹੈ, ਹਿਮਾਚਲ ਵੀ ਪੂਰਾ ਇਹਦੇ ਵਿੱਚ ਆਉਂਦਾ। ਹਾਲਾਂਕਿ ਹਿਮਾਚਲ ਦੇ ਵਿੱਚ ਇੱਕੋ ਸੀਟ ਹੈ ਸ਼ਿਮਲੇ ਦੀ, ਲੇਕਿਨ ਹਿਮਾਚਲ ਵੀ ਪੂਰਾ ਵਿੱਚ ਆਉਂਦਾ। ਬਾਹਰੋਂ ਜਿਹੜੇ ਨੇ ਕੁਝ ਮੈਂਬਰ ਜਿਹੜੇ ਨੇ ਨੋਮੀਨੇਟ ਕੀਤੇ ਜਾਂਦੇ ਨੇ। ਜਿਹੜੇ ਇਲੈਕਸ਼ਨ ਲੜਦੇ ਨੇ ਉਹ ਪੰਜਾਬ, ਹਰਿਆਣਾ ਤੇ ਹਿਮਾਚਲ ਤਾਂ ਪੂਰਾ ਹੈ ਹੀ ਹੈ ਨਾ। ਅੱਛਾ ਖਾਲਸਾ ਜੀ, ਖੁਦ ਵੀ ਚਰਚਾ ਹੁੰਦੀ ਹੈ। ਪੰਜਾਬ ਦੀ ਗੱਲ ਕਰੀਏ ਆਪਾਂ, ਪਿਛਲੇ ਆਪਾਂ ਜੇ ਦੇਖੀ, ਕਿਸੇ ਦਾ ਨਾਮ ਨਾ ਵੀ ਲਈਏ, ਕਿਸੇ ਨੂੰ ਛੇਕਤਾ, ਕਿਸੇ ਨੂੰ ਤਲਬ ਕਰ ਲਿਆ, ਕਿਸੇ ਨੂੰ ਬੁਲਾ ਲਿਆ। ਉੱਥੇ ਐਸਜੀਪੀਸੀ ਦਾ ਪ੍ਰਧਾਨ ਵੀ ਤੁਸੀਂ ਕਹਿੰਦੇ ਵੀ ਜੇਬ ਚੋਂ ਨਿਕਲਦਾ, ਫਿਰ ਉਹ ਤਾਂ ਸਿਆਸੀ ਹਿੱਤਾਂ ਦੀ ਗੱਲ ਕਰੂਗਾ ਨਾ। ਜਿਹੜੀ ਪਾਰਟੀ ਨੇ ਚੁਣਿਆ ਹੋਇਆ ਉਹ ਤਾਂ ਕਿਸੇ ਨੂੰ ਤਲਬ ਕਰ ਸਕਦੇ ਨੇ ਕੱਲ ਕਿਸੇ ਪੱਖੋਂ ਵੀ। ਨਹੀਂ, ਦੋ ਗੱਲਾਂ ਅੱਡ ਆ ਗਈਆਂ ਥੋੜ੍ਹੀਆਂ ਜਿਹੀਆਂ, ਥੋੜ੍ਹਾ ਫਰਕ ਸਮਝਣਾ ਪਏਗਾ। ਹੁੰਦਾ ਬਿਲਕੁਲ ਉਹੀ ਹੈ ਜੋ ਐਸਜੀਪੀਸੀ ਦਾ ਪ੍ਰਧਾਨ ਚਾਹੁੰਦਾ, ਔਰ ਪਿੱਛੋਂ ਜੋ ਅਕਾਲੀ ਦਲ ਬਾਦਲ ਦਾ ਪ੍ਰਧਾਨ ਚਾਹੁੰਦਾ, ਹੁੰਦਾ ਉਹੀ ਹੈ।
ਲੇਕਿਨ ਉਹਦੇ ਵਾਸਤੇ ਛੇਕਣ ਵਾਸਤੇ ਜਾਂ ਕਿਸੇ ਨੂੰ ਤਲਬ ਕਰਨ ਵਾਸਤੇ ਅਕਾਲ ਤਖਤ ਦੇ ਜਥੇਦਾਰ ਦਾ ਨਾਮ ਵਰਤਿਆ ਜਾਂਦਾ। ਹੁਣ ਤੁਸੀਂ ਜੇਬ ਚੋਂ ਕੱਢਣ ਦੀ ਗੱਲ ਕਰ ਰਹੇ ਸੀ, ਅਕਾਲ ਤਖਤ ਦਾ ਜਥੇਦਾਰ ਜਿਹੜਾ ਹੈ ਉਹ ਇੰਪਲਾਈ ਹੈ ਐਸਜੀਪੀਸੀ ਦਾ, ਉਹ ਤੋਂ ਤਨਖਾਹ ਲੈਂਦਾ। ਐਸਜੀਪੀਸੀ ਉਹਦੀ ਅਪਾਇੰਟਿੰਗ ਅਥਾਰਟੀ ਵੀ ਹੈ ਔਰ ਐਸਜੀਪੀਸੀ ਉਹਦੀ ਡਿਸਮਿਸਲ ਅਥਾਰਟੀ ਵੀ ਹੈ। ਉਹ ਭਾਵੇਂ ਇਹ ਡਰਾਮਾ ਰਚ ਲੈਣ ਕਿ ਜੇ ਉਹਨੇ ਅਸਤੀਫਾ ਦੇ ਦਿੱਤਾ ਤੇ ਦੂਜਾ ਪ੍ਰਧਾਨ ਬਣਾਤਾ ਜਾਂ ਐਕਟਿੰਗ ਪ੍ਰਧਾਨ ਬਣਾਤਾ, ਉਹ ਡਰਾਮਾ ਹੁੰਦਾ। ਅਸਲ ਦੇ ਵਿੱਚ ਜਦੋਂ ਸਿਆਸੀ ਲੋਕ ਚਾਹੁੰਦੇ ਨੇ ਕਿ ਇਹ ਹੁਣ ਸਾਡੇ ਕੰਮ ਦਾ ਨਹੀਂ, ਇਹ ਕੋਈ ਜੁਰਤ ਵਿਖਾਉਣ ਲੱਗ ਪਿਆ। ਤੁਸੀਂ ਹੁਣੇ ਗੱਲ ਕਰ ਰਹੇ ਸੀ ਨਾ ਜੀ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਿਹੜਾ ਹਰ ਸਾਲ ਕਿਉਂ ਨਹੀਂ ਬਦਲ ਦਿੱਤਾ ਜਾਂਦਾ, ਉਹਦੇ 2-3 ਕਾਰਨ ਨੇ। ਇੱਕ ਕਾਰਨ ਤੇ ਇਹ ਹੈ ਕਿ ਇਹਨਾਂ ਨੂੰ ਇਨਸਿਕਿਉਰਿਟੀ ਹੈ ਵੀ ਕੋਈ ਲੰਬਾ ਸਮਾਂ ਰਹੇਗਾ ਤੇ ਉਹ ਕਾਬਜ਼ ਨਾ ਹੋਣ ਦੀ ਕੋਸ਼ਿਸ਼ ਕਰੇ, ਆਪਣਾ ਧੜਾ ਬਣਾਉਣ ਦੀ ਕੋਸ਼ਿਸ਼ ਨਾ ਕਰੇ। ਇੱਕ ਬੜਾ ਵੱਡਾ ਕਾਰਨ ਹੈ। ਦੂਜਾ ਕਾਰਨ ਇਹ ਹੈ ਕਿ ਕਿਸੇ ਵੇਲੇ ਉਹ ਐਸੀ ਗੱਲ ਕਰ ਦੇਵੇ ਜਿਹੜੀ ਸਿਆਸੀ ਤੌਰ ਤੇ ਇਹਨਾਂ ਨੂੰ ਸੂਟ ਨਾ ਕਰਦੀ ਹੋਵੇ। ਜੇ ਸਿਆਸੀ ਤੌਰ ਤੇ ਇਹਨਾਂ ਨੂੰ ਸੂਟ ਨਹੀਂ ਕਰਦੀ ਤਾਂ ਵੀ। ਇੱਕ ਤੀਸਰਾ ਕਾਰਨ ਵੀ ਹੁੰਦਾ, ਜਿਵੇਂ ਹੁਣ ਬੀਬੀ ਜਗੀਰ ਕੌਰ ਨੂੰ ਇਹ ਸਿਆਸੀ ਇਲੈਕਸ਼ਨ ਲੜਾਉਣਾ ਚਾਹੁੰਦੇ ਸੀ ਭੁੱਲਰ ਤੋਂ, ਕਿਉਂਕਿ ਅਕਾਲੀ ਦਲ ਦੀ ਹਾਲਤ ਬਹੁਤ ਮਾੜੀ ਹੈ ਪੰਜਾਬ ਦੇ ਵਿੱਚ ਇਸ ਵੇਲੇ। ਉਹਨਾਂ ਨੂੰ ਆਪਣੀ ਹਾਰ ਸਾਹਮਣੇ ਨਜ਼ਰ ਆ ਰਹੀ ਹੈ। ਉਹ ਭਾਵੇਂ ਜੋ ਮਰਜ਼ੀ ਦੁਨੀਆ ਨੂੰ ਵਿਖਾਵਾ ਕਰੀ ਜਾਣ, ਜੋ ਪਖੰਡ ਕਰੀ ਜਾਣ, ਲੇਕਿਨ ਸਿੱਖ ਕੌਮ ਜਿਹੜੀ ਉਹਨਾਂ ਨੂੰ ਪਛਾਣ ਚੁੱਕੀ ਹੈ ਤੇ ਪਛਾਣ ਕੇ ਨਕਾਰ ਚੁੱਕੀ ਹੈ। ਉਹਨੇ ਮਾਫੀ ਵੀ ਤਾਂ ਮੰਗੀ ਸੀ, ਯਾਦ ਹੋਣਾ ਤੁਹਾਨੂੰ, ਜਦੋਂ ਗਏ ਸੀ ਇੱਥੋਂ ਦੀ ਖੁਦ ਪ੍ਰਧਾਨ ਸਾਹਿਬ ਉੱਥੇ ਬੂਟ ਪਾਲਿਸ਼ਾਂ ਕਰਦੇ ਨਜ਼ਰ ਆਏ ਨੇ, ਸੇਵਾ ਵੀ ਲਵਾਈ ਉੱਥੇ ਜਾ ਕੇ। ਨਹੀਂ, ਇਹ ਸੇਵਾ ਲਵਾਉਣ ਵਾਲੇ ਤੇ ਜਿਹੜੀਆਂ ਨੇ ਜੀ, ਇਹ ਤੇ ਡਰਾਮੇ ਨੇ ਇਹਨਾਂ ਦੇ। ਇਹ ਸੋਚਦੇ ਨੇ ਕਿ ਜੋ ਮਰਜ਼ੀ ਅਸੀਂ ਕਰਮ ਕਰ ਰਹੀਏ, ਬਾਅਦ 'ਚ ਅਕਾਲ ਤਖਤ ਤੋਂ ਸੇਵਾ ਲਵਾ ਕੇ ਅਸੀਂ 2-4 ਦਿਨ ਭਾਂਡੇ ਮਾਂਜ ਲਈਏ ਜਾਂ ਜੁੱਤੇ ਸਾਫ਼ ਕਰ ਲਈਏ ਤੇ ਉਹਦੇ ਬਾਅਦ ਸੰਗਤ ਦੇ ਵਿੱਚ ਅਸੀਂ ਜਿਹੜਾ ਮੁੜ ਕੇ ਧੋਤੇ ਜਾਵਾਂਗੇ ਤੇ ਉਹ ਸਭ ਕੁਝ ਭੁੱਲ ਜਾਏਗੀ ਸੰਗਤ। ਲੇਕਿਨ ਹੁਣ ਇੰਨੇ ਜ਼ਿਆਦਾ ਇਹਨਾਂ ਦਾ ਪਾਪਾਂ ਦਾ ਘੜਾ ਭਰ ਚੁੱਕਾ ਕਿ ਸਿੱਖ ਸੰਗਤ ਇਹਨਾਂ ਨੂੰ ਪਹਿਚਾਣ ਵੀ ਚੁੱਕੀ ਹੈ ਤੇ ਪਹਿਚਾਣ ਕੇ ਨਕਾਰ ਵੀ ਚੁੱਕੀ ਹੈ। ਆਪਾਂ ਆਪਣੇ ਵਿਸ਼ੇ 'ਤੇ ਵਾਪਸ ਆਈਏ। ਹੁਣ ਬੀਬੀ ਜਗੀਰ ਕੌਰ ਦਾ ਭੁੱਲਰ ਇਲਾਕੇ ਦੇ ਵਿੱਚ ਪ੍ਰਭਾਵ ਹੈ, ਕਿਉਂਕਿ ਉੱਥੇ ਸੰਤਨੀ ਹੈ, ਇਹਦਾ ਡੇਰਾ ਇੱਕ, ਉੱਥੇ ਲੋਕੀ ਇਹਨੂੰ ਮੱਥੇ ਟੇਕਦੇ ਨੇ। ਉਸ ਪ੍ਰਭਾਵ ਨੂੰ ਉਹ ਵਰਤਣਾ ਚਾਹੁੰਦੇ ਨੇ। ਉਸ ਪ੍ਰਭਾਵ ਨੂੰ ਵਰਤਣ ਦੇ ਵਾਸਤੇ ਸ਼ਾਇਦ ਇਸ ਕਰਕੇ ਐਤਕੀ ਉਹਨੂੰ ਨਹੀਂ ਬਣਾਇਆ। ਫਿਰ ਕਈ ਸੇਮ ਜਿਹੜੇ ਨੇ ਦੁਬਾਰਾ ਰਿਪੀਟ ਵੀ ਕੀਤੇ ਜਾਂਦੇ ਨੇ। ਬੀਬੀ ਜਗੀਰ ਕੌਰ ਪਹਿਲਾਂ ਵੀ ਰਹੀ ਪ੍ਰਧਾਨ, ਹੁਣ ਫਿਰ ਬਣੀ। ਬਡੂੰਗਰ ਸਾਹਿਬ ਪਹਿਲਾਂ ਵੀ ਰਹੇ, ਉਹਦੇ ਬਾਅਦ ਦੁਬਾਰਾ ਵੀ ਬਣੇ, ਤੀਜੀ ਵਾਰੀ ਵੀ ਬਣੇ। ਲੇਕਿਨ ਕੰਟੀਨਿਊਟੀ 'ਚ ਨਹੀਂ ਬਣਾਇਆ ਜਾਂਦਾ। ਕੰਟੀਨਿਊਟੀ ਸਿਰਫ ਉਹਨੂੰ ਬਣਾਇਆ ਜਾਂਦਾ ਜਿਹਦੇ ਉੱਤੇ ਪੂਰਾ ਵਿਸ਼ਵਾਸ ਹੋਵੇ ਵੀ ਬਾਦਲ ਲਾਇਲਿਸਟ ਹੈ, ਅਕਾਲੀ ਦਲ ਦਾ ਨਹੀਂ, ਬਾਦਲ ਦਾ ਵਫਾਦਾਰ ਹੈ। ਉਹਦੇ ਉੱਤੇ 2-3 4-5 ਸਾਲ ਭਰੋਸਾ ਕਰ ਲਿਆ ਜਾਂਦਾ ਹੈ। ਮੱਕੜ ਸਾਹਿਬ ਤੇ ਕੀਤਾ, ਸਾਹਿਬ ਤੇ ਕੀਤਾ, ਜਿਵੇਂ ਬਿਲਕੁਲ ਤੁਸੀਂ ਸਹੀ ਕਿਹਾ, ਜਿਵੇਂ ਮੱਕੜ ਸਾਹਿਬ ਦੇ ਉੱਤੇ ਕੀਤਾ ਉਂਝ। ਲੇਕਿਨ ਆਮ ਤੌਰ ਤੇ ਇਹਨਾਂ ਦੀ ਪਾਲਿਸੀ ਜਿਹੜੀ ਹੈ ਉਹ ਇਹੀ ਹੁੰਦੀ ਹੈ ਵੀ ਕੋਈ ਆਪਣੀ ਪਕੜ ਨਾ ਬਣਾ ਲਵੇ ਤੇ ਉਹਨੂੰ ਜਿਹੜਾ ਸਾਲ ਦੇ ਸਾਲ ਬਦਲਦੇ ਜਾਓ, ਮੁੜ ਕੇ ਲੋੜ ਪਵੇ ਤੇ ਫਿਰ ਜਿਹੜਾ ਦੁਬਾਰਾ ਵਰਤ ਲਓ। ਇੱਕ ਤੁਸੀਂ ਹੋਰ ਵੀ ਚਰਚਾ ਕਰ ਰਹੇ ਸੀ ਕਿ ਜਦੋਂ ਰੈਲੀਆਂ ਹੁੰਦੀਆਂ ਨੇ, ਹੁਣ 2022 ਦੇ ਵਿੱਚ ਚੋਣਾਂ ਹੈਗੀਆਂ ਨੇ, ਸ਼ਾਇਦ ਫਰਵਰੀ ਦੇ ਪਹਿਲੇ ਹਫ਼ਤੇ ਜਾਂ ਫਰਵਰੀ ਵਿੱਚ ਕਿਸੇ ਵੇਲੇ ਵੀ ਅਨਾਉਂਸਮੈਂਟ ਹੋ ਸਕਦੀ ਹੈ ਵੀ ਚੋਣਾਂ ਨੇ 2022 ਦੇ ਵਿੱਚ, ਜਦੋਂ ਰੈਲੀਆਂ ਹੁੰਦੀਆਂ ਨੇ ਅਕਾਲੀ ਦਲ ਦੀਆਂ, ਜਦੋਂ ਲੰਗਰ ਦੀ ਗੱਲ ਹੁੰਦੀ ਹੈ, ਕਿ ਵਾਕਈ ਐਸਜੀਪੀਸੀ ਦੀ ਡਿਊਟੀ ਲੱਗਦੀ ਹੈ ਜਿਹੜੇ ਗੁਰਦੁਆਰੇ ਉਹਨਾਂ ਦੇ ਅੰਡਰ ਆਉਂਦੇ ਨੇ ਵੀ ਲੰਗਰ ਪਹੁੰਚਾ ਕੇ ਆਉਣਾ। ਠੀਕ ਹੈ, ਲੰਗਰ ਕਿਸੇ ਨੂੰ ਵੀ ਪਹੁੰਚਾਇਆ ਜਾ ਸਕਦਾ, ਉਸ ਭੇਦਭਾਵ ਕਿਉਂ? ਫਿਰ ਕੋਈ ਵੀ ਸਿਆਸੀ ਪਾਰਟੀ ਉੱਥੇ ਲੰਗਰ ਪਹੁੰਚਾਉਣ ਦੀ ਸੇਵਾ ਉੱਥੇ ਲੈ ਸਕਦੀ ਹੈ, ਜਾਂ ਬਾਕੀ ਗੁਰਦੁਆਰੇ ਵਾਲੇ ਵੀ ਕਹਿ ਸਕਦੇ ਨੇ ਬਈ ਸਾਰੀ ਸਿਆਸੀ ਪਾਰਟੀਆਂ ਲੰਗਰ ਪਹੁੰਚਾਵਾਂਗੇ। ਫਿਰ ਉਹ ਕਿਉਂ ਸ਼੍ਰੋਮਣੀ ਅਕਾਲੀ ਦਲ ਲਈ ਕਿਉਂ? ਦੇਖੋ, ਤੁਸੀਂ ਗੱਲ ਕੀਤੀ ਰੈਲੀ ਦੀ। ਰੈਲੀ ਉੱਤੇ ਉਹ ਕਹਿੰਦੇ ਨੇ ਕਿ ਪੰਥਕ ਰੈਲੀ ਹੈ, ਸਿੱਖਾਂ ਦਾ ਇਕੱਠ ਹੈ, ਇਸ ਕਰਕੇ ਸ਼੍ਰੋਮਣੀ ਕਮੇਟੀ ਨੂੰ ਹੱਕ ਹੈ ਉੱਥੇ ਲੰਗਰ ਦੇਣ ਦਾ। ਉਹਨੂੰ ਉਹ ਇਸ ਤਰ੍ਹਾਂ ਜਸਟੀਫਾਈ ਕਰਦੇ ਨੇ। ਲੇਕਿਨ ਕੰਮ ਜਿਹੜਾ ਸਿਰਫ ਰੈਲੀਆਂ 'ਚ ਲੰਗਰ ਦੇਣ ਤੱਕ ਸੀਮਤ ਨਹੀਂ। ਜਿਹੜੇ ਪੋਲੀਟੀਕਲ ਇਲੈਕਸ਼ਨ ਹੁੰਦੇ ਨੇ, ਜਿਵੇਂ ਹੁਣ ਅੱਗੋਂ ਅਸੈਂਬਲੀ ਦੇ ਇਲੈਕਸ਼ਨ ਹੋਣਗੇ, ਤੁਸੀਂ ਵਿਜੇ ਜੀ ਆਪ ਜਾ ਕੇ ਉੱਥੇ ਵੇਖਣਾ, ਜਿਹੜਾ ਉਸ ਇਲਾਕੇ ਦਾ ਐਸਜੀਪੀਸੀ ਦੇ ਅੰਡਰ ਦਾ ਗੁਰਦੁਆਰਾ ਹੋਏਗਾ, ਜਿੰਨੇ ਕੈਂਡੀਡੇਟ ਦੇ ਵਰਕਰ ਨੇ ਉਹ ਸਾਰੇ ਉਸ ਗੁਰਦੁਆਰੇ ਦੇ ਲੰਗਰ ਦਾ ਲੰਗਰ ਛਕਣਗੇ 3 ਟਾਈਮ ਤੇ, ਸਵੇਰੇ ਦੁਪਹਿਰੇ ਸ਼ਾਮ। ਦੂਜਾ ਤਾਂ ਇਹਨਾਂ ਦਾ ਮੁਕਾਬਲਾ ਹੀ ਨਹੀਂ ਕਰ ਸਕਦਾ, ਕਿਉਂਕਿ ਫਾਈਨੈਂਸ਼ਲੀ ਅੱਧੀ ਏਡ ਤੇ ਇਹਨਾਂ ਨੂੰ ਜਿਹੜੀ ਹੈ ਨਾ, ਇਨਡਾਇਰੈਕਟਲੀ, ਡਾਇਰੈਕਟ ਨਹੀਂ, ਪੈਸੇ ਨਹੀਂ ਦਿੱਤੇ ਜਾਂਦੇ, ਕਾਰਾਂ ਭੇਜ ਦਿੱਤੀਆਂ ਜਾਂਦੀਆਂ ਨੇ ਉੱਥੇ ਕੰਮ ਕਰਨ ਲਈ, ਜਿਹੜੇ ਗੁਰਦੁਆਰੇ ਦੇ ਅੰਡਰ ਗੱਡੀਆਂ ਨੇ। ਅਲੱਗ ਟੈਂਟ ਲਾ ਕੇ ਨਾ ਕਿਹਾ ਜਾਂਦਾ ਕਿ ਲੰਗਰ ਚੱਲ ਰਿਹਾ, ਤੇ ਉੱਥੇ ਪਰਚੀਆਂ ਦਿੱਤੀਆਂ ਜਾਂਦੀਆਂ ਨੇ, ਜਿੰਨੇ ਵਰਕਰ ਨੇ ਉੱਥੇ ਜਾ ਕੇ ਜਿਹੜਾ ਉਹ ਰੋਜ਼ ਸਵੇਰੇ ਦੁਪਹਿਰੇ ਸ਼ਾਮ ਜਿਹੜਾ ਉੱਥੇ ਲੰਗਰ ਦੇ ਨਾਂ ਦੇ ਉੱਤੇ ਭੋਜਨ ਛਕਣ, ਭਾਂਤ ਭਾਂਤ ਦੇ ਭੋਜਨ ਛਕਣ।
ਇਹ ਤਾਂ ਇੰਨਾ ਮਿਸਯੂਜ਼ ਹੋ ਰਿਹਾ ਐਸਜੀਪੀਸੀ ਦੇ ਪੈਸੇ ਦਾ ਜਿਹਦਾ ਤੁਸੀਂ ਅੰਦਾਜ਼ਾ ਨਹੀਂ ਲਗਾ ਸਕਦੇ, ਔਰ ਉਹ ਕਿਸੇ ਗਿਣਤੀ 'ਚ ਨਹੀਂ ਆਉਂਦਾ, ਕਿਉਂਕਿ ਉਹ ਲੰਗਰ ਦੇ ਖਾਤੇ 'ਚ ਆ ਗਿਆ ਨਾ ਜੀ। ਲੰਗਰ ਲਈ ਇੰਨਾ ਰਾਸ਼ਨ ਆਇਆ, ਲੰਗਰ ਲਈ ਇਹ ਸਮਾਨ ਆਇਆ, ਉਹ ਲੰਗਰ ਦੇ ਖਾਤੇ ਵਿੱਚ ਆ ਗਿਆ। ਜੇ ਗੱਡੀਆਂ ਚੱਲੀਆਂ ਤੇ ਗੱਡੀਆਂ ਗੁਰਦੁਆਰੇ ਦੇ ਕੰਮ ਲਈ ਗੱਡੀਆਂ ਚੱਲੀਆਂ, ਪੈਟਰੋਲ ਬਲਿਆ, ਉਹ ਉਸ ਖਾਤੇ 'ਚ ਆ ਗਿਆ। ਖਾਸੇ ਚਲੋ ਲੰਗਰ ਲਗਾ ਲਿਆ, ਕਿਸੇ ਨੂੰ ਤਾਂ ਹੀ ਨਹੀਂ ਹੈ, ਜੇ ਰੈਲੀ 'ਚ ਲਗਾ ਲਿਆ, ਪਰ ਬਾਕੀ ਸਿਆਸੀ ਪਾਰਟੀਆਂ ਵੀ ਹੈਗੀਆਂ ਨਾ, ਜਿਹਦਾ ਸਾਰੀ ਪਾਰਟੀਆਂ ਵਾਸਤੇ ਲੰਗਰ ਲੈ ਕੇ ਜਾਣ, ਸਾਰਿਆਂ ਨੂੰ ਇੱਕੋ ਸਮਾਨਤਾ ਦੇਣ ਜਾਂ ਸਮਾਨਤਾ ਵਿੱਚ ਰੱਖਣ। ਇੱਥੇ ਚੰਡੀਗੜ੍ਹ ਦੇ ਵਿੱਚ ਇਹ ਹੋਇਆ ਸੀ ਪਿੱਛੇ, ਚੰਡੀਗੜ੍ਹ 'ਚ ਖਾਸ ਤੌਰ 'ਤੇ ਮੋਹਾਲੀ ਦੇ ਵਿੱਚ, ਕਿ ਇਹਨਾਂ ਨੇ ਇੱਕ ਗੁਰਦੁਆਰੇ ਵਾਲਿਆਂ ਨੂੰ ਕਿਹਾ ਕਿ ਇਲੈਕਸ਼ਨ ਵਾਲੇ ਦਿਨ ਸਾਡੇ ਜਿਹੜੇ ਬੂਥ ਨੇ ਉੱਥੇ ਉਹਨਾਂ ਨੂੰ ਲੰਗਰ ਪਹੁੰਚਾਓ, ਅਤੇ ਉੱਥੇ ਕੁਝ ਮੈਂਬਰਾਂ ਨੇ ਇਤਰਾਜ਼ ਕੀਤਾ ਵੀ ਅਕਾਲੀ ਦਲ ਦੇ ਵਰਕਰਾਂ ਨੂੰ ਹੀ ਕਿਉਂ ਪਹੁੰਚਾਇਆ ਜਾਏ। ਉਹਨਾਂ ਨੇ ਫਿਰ ਇਹ ਕੀਤਾ ਵੀ ਜਿੰਨੇ ਵੀ ਬੂਥ ਨੇ ਕਿਸੇ ਵੀ ਪਾਰਟੀ ਦੇ ਨੇ ਅਸੀਂ ਸਾਰਿਆਂ ਨੂੰ ਲੰਗਰ ਦਿਆਂਗੇ। ਇੱਕ ਫੇਸ ਸੇਵਿੰਗ ਜਿਹੜੀ ਹੈ ਉਹਨਾਂ ਨੇ ਕਰਨ ਦੀ ਕੋਸ਼ਿਸ਼ ਕੀਤੀ। ਇਹ ਗਲਤ ਹੈ, ਗਲਤ ਨੂੰ ਗਲਤੀ ਕਿਹਾ ਜਾ ਸਕਦਾ ਹੈ। ਲੰਗਰ ਇਸ ਵਾਸਤੇ ਨਹੀਂ ਕਿ ਸਿਆਸੀ ਪਿੜ ਦਾ ਲੜਾਈ ਹੋ ਰਹੀ ਹੈ ਤੇ ਉੱਥੇ ਗੁਰਦੁਆਰੇ ਵਾਲੇ ਜਾ ਕੇ ਇੱਕ ਇੱਕ ਟੈਂਟ ਦੇ ਵਿੱਚ ਜਾ ਕੇ ਲੰਗਰ ਪਹੁੰਚਾ ਕੇ ਆਉਣ। ਲੰਗਰ ਤੇ ਇਸ ਵਾਸਤੇ ਆ ਵੀ ਜਿਹੜਾ ਲੋੜਵੰਦ ਹੈ ਉਹਨੂੰ ਲੰਗਰ ਜਿਹੜਾ ਗੁਰਦੁਆਰੇ ਦੇ ਵਿੱਚ ਮਿਲੇ, ਉਹ ਆਵੇ ਗੁਰਦੁਆਰੇ ਆ ਕੇ ਛਕੇ। ਜੇ ਕੋਈ ਵੱਡਾ ਇਕੱਠ ਹੈ, ਇਹੋ ਜਿਹਾ ਪ੍ਰੋਗਰਾਮ ਹੈ ਜਿਹੜਾ ਪੰਥਕ ਹਿੱਤਾਂ ਦੇ ਵਿੱਚ ਹੈ, ਉਹਦੇ ਵਾਸਤੇ ਵੀ ਲੰਗਰ ਭੇਜਣਾ ਕੁਝ ਗਲਤ ਨਹੀਂ, ਲੇਕਿਨ ਸਿਆਸੀ ਹਿੱਤਾਂ ਵਾਸਤੇ ਜਿਹੜਾ ਹੈ ਉਹਦੇ ਵਾਸਤੇ ਤਾਂ ਦੁਰਵਰਤੋਂ ਹੈ ਗੁਰੂ ਦੇ ਲੰਗਰ। ਹੁਣ ਤੁਸੀਂ ਖੁਦ ਵੀ ਜ਼ਿਕਰ ਕਰਦੇ ਸੀ ਕਿ ਜਿਵੇਂ ਐਸਜੀਪੀਸੀ ਦੀ ਹੁਣ ਤੁਸੀਂ ਉਹਨਾਂ ਨੇ ਕਿਹਾ ਹਰਜਿੰਦਰ ਸਿੰਘ ਧਾਮੀ ਨੇ 116 ਦੇ ਉਹਨਾਂ ਨੂੰ ਵੋਟਾਂ ਪਈਆਂ ਨੇ, ਫਿਰ ਉਹ ਜਿਹੜੇ 116 ਮੈਂਬਰ ਹੈਗੇ ਨੇ, ਜੇ ਤੁਸੀਂ ਕਹਿੰਦੇ ਵੀ ਇੱਕ ਦਿਨ ਪਹਿਲਾਂ ਮੀਟਿੰਗ ਹੁੰਦੀ ਹੈ, ਮੀਟਿੰਗ ਵਿੱਚ ਜਾ ਕੇ ਡਿਕਲੇਅਰ ਕਰ ਦਿੱਤਾ ਜਾਂਦਾ ਆਹ ਨਾਮ ਹੈਗਾ, ਇਸ ਨਾਂ ਦੀ ਵੋਟ ਪਾਣੀ ਚਾਹੀਦੀ ਹੈ, 116 ਮੈਂਬਰ ਦੇ ਨਾਲ ਹੋਰ ਕਿੰਨੇ ਵਿਅਕਤੀ ਜੁੜੇ ਹੋਣਗੇ? ਉਹ ਤਾਂ ਧਾਰਮਿਕ ਪੱਖੋਂ ਹੈ ਨਾ, ਉਹ ਤਾਂ ਧਾਰਮਿਕ ਪੱਖੋਂ ਐਸਜੀਪੀਸੀ ਦੇ ਮੈਂਬਰ ਨੇ। ਪਰ ਜੋ ਸਿਆਸਤ ਵਾਲੇ ਪਾਸੇ ਜਾ ਕੇ ਕਹਿਣਗੇ ਵੀ ਇੱਕ ਪਾਰਟੀ ਨੂੰ ਵੋਟਾਂ ਪਾ ਦਿਓ, ਸਿਆਸੀ ਪਾਰਟੀ ਨੂੰ ਵੋਟਾਂ ਪਾ ਦਿਓ, ਫਿਰ ਉਹ ਕਿੰਨੀ ਕੁ ਗੱਲ ਸਹੀ ਹੈ? ਉਹਨਾਂ ਪਿੱਛੇ ਦੇ ਬੰਦੇ ਹੋਣਗੇ ਨਾ। ਨਹੀਂ ਦੇਖੋ, ਇੱਥੇ ਤਾਂ ਜਿਹੜਾ ਗੱਲ ਬਿਲਕੁਲ ਹੋਰ ਪਾਸੇ ਬਣੀ ਹੋਈ ਹੈ, ਉਲਟੀ ਬਣੀ ਹੋਈ ਹੈ। ਐਸਜੀਪੀਸੀ ਦਾ ਇਲੈਕਸ਼ਨ ਜਿਹੜਾ ਹੈ ਇਹ ਸਿਆਸੀ ਇਲੈਕਸ਼ਨ ਦੇ ਵਾਸਤੇ ਪੌੜੀ ਸਮਝੀ ਜਾਂਦੀ ਹੈ ਵੀ ਪਹਿਲਾਂ ਐਸਜੀਪੀਸੀ ਮੈਂਬਰ ਬਣ ਗਏ ਤੇ ਫਿਰ ਉਹਦੇ ਬਾਅਦ ਜਿਹੜਾ ਐਮਐਲਏ ਦੀ ਟਿਕਟ ਮਿਲ ਗਈ। ਇਹ ਤੇ ਸਿਆਸੀ ਲੋਕਾਂ ਨੇ ਇੱਕ ਰਸਤਾ ਬਣਾਇਆ ਹੋਇਆ ਸਿਆਸਤ ਦੇ ਵਿੱਚ ਉੱਚੇ ਸਥਾਨ ਤੇ ਪਹੁੰਚਣ ਦੇ ਵਾਸਤੇ। ਇਹਦੇ ਵਾਸਤੇ ਜਿੰਨਾ ਚਿਰ ਕੋਈ ਐਸਾ ਨਾ ਫੈਸਲਾ ਹੋਵੇ ਕਿ ਜਿਹੜਾ ਐਸਜੀਪੀਸੀ ਮੈਂਬਰ ਹੈ ਉਹਨੂੰ ਸਿਆਸੀ ਟਿਕਟ ਨਹੀਂ ਦਿੱਤੀ ਜਾਏਗੀ, ਉਹ ਸਿਆਸੀ ਲੜਾਈ ਨਹੀਂ ਲੜੇਗਾ, ਔਰ ਉਹਨੂੰ ਜਿਹੜੀ ਐਸਜੀਪੀਸੀ ਦੀ ਟਿਕਟ ਜਿਹੜੀ ਦਿੱਤੀ ਜਾਣੀ ਹੈ ਉਹਦੇ ਵਾਸਤੇ ਵੀ ਇੱਕ ਕ੍ਰਾਈਟੇਰੀਆ ਹੋਵੇ ਕਿ ਘੱਟੋ ਘੱਟ ਇੰਨੀ ਗੁਰਮਤ ਜਾਣਦਾ ਹੋਵੇ, ਇੰਨੀਆਂ ਬਾਣੀਆਂ ਜਾਣਦਾ ਹੋਵੇ, ਸਿੱਖ ਇਤਿਹਾਸ ਬਾਰੇ ਇਹਦੀ ਮਿਨੀਮਮ ਜਾਣਕਾਰੀ ਹੋਵੇ, ਤੇ ਇਹ ਦੁਰਵਰਤੋਂ ਇੰਝ ਹੀ ਹੁੰਦੀ ਰਹੇਗੀ। ਅੱਜ ਸਾਡੇ ਜਿਹੜੇ ਐਸਜੀਪੀਸੀ ਮੈਂਬਰ ਨੇ, ਮੈਂ ਬੜੇ ਯਕੀਨ ਨਾਲ ਕਹਿ ਸਕਣਾ ਕਿ ਬਹੁਤਿਆਂ ਨੂੰ ਗੁਰਮਤ ਦੀ ਸੋਝੀ ਜਿਹੜੀ ਹੈ ਕੋਈ ਨਹੀਂ। ਫਿਰ ਕਈਆਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ, ਉਹ ਭਾਵਕ ਜੀਆਂ ਗੱਲਾਂ ਨੇ, ਲੇਕਿਨ ਗੁਰਮਤ ਦੀ ਸੋਝੀ ਵਾਲੀ ਗੱਲ ਕੋਈ ਨਹੀਂ। ਇੱਕ ਗੱਲ ਐਤਕੀ ਜਿਹੜੀ ਹੈ ਥੋੜ੍ਹੀ ਜਿਹੀ ਚੰਗੀ, ਉਹਦੇ ਵਿੱਚ ਵੀ ਦੋ ਚੀਜ਼ਾਂ ਨੇ। ਕੁਝ ਚਿਹਰੇ ਐਸੇ ਆਏ ਨੇ ਜਿਹੜੇ ਗੁਰਮਤ ਦੇ ਜਾਣਕਾਰ ਨੇ, ਗੁਰਮਤ ਨੂੰ ਸਮਝਣ ਵਾਲੇ ਨੇ, ਜਿਨ੍ਹਾਂ ਵਿੱਚ ਮੈਂ ਕੁਝ ਹੱਦ ਤੱਕ, ਜੇ ਪੂਰੀ ਤਰ੍ਹਾਂ ਨਾ ਕਹਾਂ, ਹਰਜਿੰਦਰ ਸਿੰਘ ਧਾਮੀ ਹੋਰਾਂ ਨੂੰ ਕਹਿ ਸਕਣਾ। ਜਿਹੜੇ ਜਨਰਲ ਸੈਕਟਰੀ ਬਣੇ ਨੇ ਕਰਨੈਲ ਸਿੰਘ ਪੰਜੌਲੀ, ਉਹ ਘੱਟੋ ਘੱਟ ਸਨਾਤਨੀ ਵਿਚਾਰਧਾਰਾ ਦੇ ਨਹੀਂ। ਬਹੁਤੇ ਤੇ ਜਿਹੜੇ ਨੇ ਸਨਾਤਨੀ ਵਿਚਾਰਧਾਰਾ ਨੂੰ ਹੀ ਗੁਰਮਤ ਸਮਝ ਕੇ ਤੇ ਉਹਨੂੰ ਹੀ ਗੁਰਮਤ ਦੇ ਤੌਰ ਤੇ ਪ੍ਰਚਾਰਦੇ ਨੇ, ਉਹ ਸਨਾਤਨੀ ਵਿਚਾਰਧਾਰਾ ਦੇ ਨਹੀਂ। ਉਹਨਾਂ ਦੀ ਵੀ ਇੱਛਾ ਹੈ ਗੁਰਮਤ ਬਾਰੇ ਅੱਗੇ ਵਧਣ ਦੀ। ਖਾਸ ਤੌਰ ਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਬਣੇ ਨੇ, ਪ੍ਰਿੰਸੀਪਲ ਸੁਰਿੰਦਰ ਸਿੰਘ ਅਨੰਦਪੁਰ ਸਾਹਿਬ ਵਾਲੇ, ਉਹ ਤੇ ਸਿੱਖ ਮਿਸ਼ਨਰੀ ਕਾਲਜ ਨਾਲ ਸੰਬੰਧਿਤ ਨੇ। ਲੇਕਿਨ ਇਹ ਟੀਮ ਬਣਾਉਣ ਦਾ ਐਤਕੀ ਮੈਨੂੰ ਜਿਹੜਾ ਨਜ਼ਰ ਆ ਰਿਹਾ ਹੋਰ ਹੀ ਕਾਰਨ ਨਜ਼ਰ ਆ ਰਿਹਾ। ਉਹ ਕਾਰਨ ਕੀ ਨਜ਼ਰ ਆ ਰਿਹਾ ਹੈ ਕਿ ਕਿਉਂਕਿ ਅਕਾਲੀ ਦਲ ਦੀ ਬੇੜੀ ਡੁੱਬਦੀ ਨਜ਼ਰ ਆਉਂਦੀ ਪਈ ਹੈ ਇਲੈਕਸ਼ਨ ਦੇ ਵਿੱਚ। ਇਹਨਾਂ ਨੂੰ ਨਜ਼ਰ ਆ ਰਿਹਾ ਕਿ ਸ਼ਾਇਦ ਪਿਛਲੀ ਵਾਰੀ ਇਹ ਤੀਜੇ ਨੰਬਰ 'ਤੇ ਆਏ ਸਨ, ਐਤਕੀ ਉਨੀਆਂ ਸੀਟਾਂ ਵੀ ਬਚਾ ਸਕਣ ਜਾਂ ਨਾ। 17 ਜਿਹੜੀਆਂ ਇਹਨਾਂ ਨੂੰ ਪਿਛਲੀ ਵਾਰੀ ਮਿਲੀਆਂ ਸੀ, ਉਨੀਆਂ ਵੀ ਬਚਾ ਸਕਣ ਜਾਂ ਨਾ। ਇਸ ਵਾਸਤੇ ਇਹ ਮਿਸ਼ਨਰੀਆਂ ਨੂੰ ਵੀ ਆਪਣੇ ਨੇੜੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਹੜੇ ਪ੍ਰੋਗਰੈਸਿਵ ਸੋਚ ਵਾਲੇ ਸਿੱਖ ਨੇ, ਜਿਹੜੇ ਗੁਰਮਤ ਨੂੰ ਅੰਡਰਸਟੈਂਡ ਕਰਨ ਵਾਲੇ ਪਾਸੇ ਪੈਂਦੇ ਨੇ, ਉਹਨਾਂ ਨੂੰ ਵੀ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਨੇੜੇ ਲਿਆਉਣ ਦਾ ਮਤਲਬ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਸੇ ਸਿਲਸਿਲੇ 'ਚ ਇਹਨਾਂ ਨੇ 26 ਅਕਤੂਬਰ ਨੂੰ ਮੰਜੀ ਸਾਹਿਬ ਇੱਕ ਮਿਸ਼ਨਰੀਆਂ ਦੀ ਜਿਹੜੀ ਹੈ ਉਹ ਕਾਨਫਰੰਸ ਕਰਾਈ ਸੀ, ਔਰ
ਪਹਿਲਾਂ ਤੇ ਇਹ ਕਿਹਾ ਗਿਆ ਸੀ ਵੀ ਇਹ ਕਾਨਫਰੰਸ ਹੈ, ਉਹਦੇ ਵਿੱਚ ਤਾਂ ਸਾਰਿਆਂ ਦੇ ਲੈਕਚਰਸ ਵਗੈਰਾ ਹੋਣੇ ਚਾਹੀਦੇ ਸੀ। ਬਾਅਦ ਦੇ ਵਿੱਚ ਕੀ ਕੀਤਾ ਗਿਆ ਕਿ 3 ਘੰਟੇ ਦੀ ਕਾਨਫਰੰਸ ਦੇ ਵਿੱਚੋਂ 2 ਘੰਟੇ ਕੀਰਤਨ ਕਰਾ ਦਿੱਤਾ ਗਿਆ, ਉਹਨੂੰ ਕੀਰਤਨ ਦਰਬਾਰ 'ਚ ਬਦਲ ਦਿੱਤਾ ਗਿਆ, ਤੇ 1 ਘੰਟਾ ਜਿਹੜਾ 15-15 ਮਿੰਟ ਦਿੱਤੇ ਗਏ 4 ਬੰਦਿਆਂ ਨੂੰ ਬੋਲਣ ਲਈ, ਔਰ ਉਹ 4 ਬੰਦੇ ਵੀ ਇਹਨਾਂ ਦੀ ਖੁਸ਼ਾਮਦ ਕਰਦੇ ਰਹੇ। ਪਰ ਇਹਨਾਂ ਨੇ ਇਹ ਪਹਿਲੀ ਵਾਰੀ ਹੋਇਆ, ਨਹੀਂ ਤੇ ਡੇਰੇਦਾਰ ਜਿਹੜੇ ਨੇ ਇਹਨਾਂ ਨੂੰ ਮਿਸ਼ਨਰੀਆਂ ਦੇ ਨੇੜੇ ਨਹੀਂ ਜਾਣ ਦਿੰਦੇ। ਇਹ ਵੀ ਸਮਝ ਰਹੇ ਨੇ ਕਿ ਡੇਰੇਦਾਰਾਂ ਦਾ ਪ੍ਰਭਾਵ ਜਿਹੜਾ ਹਰ ਦਿਨ ਘਟ ਰਿਹਾ, ਉਹ ਪ੍ਰਭਾਵ ਵੱਧ ਰਿਹਾ। ਹੁਣ ਉਹਨਾਂ ਨੂੰ ਲੁਭਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਨੇ। ਉਸੇ ਕਰਕੇ ਐਤਕੀ ਜਿਹੜੀ ਟੀਮ ਬਣਾਈ ਹੈ ਉਹਦੇ ਵਿੱਚ ਜ਼ਿਆਦਾ ਉਹ ਚਿਹਰੇ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਨ੍ਹਾਂ ਦਾ ਇਹ ਪ੍ਰਭਾਵ ਹੈ ਕਿ ਇਹ ਗੁਰਮਤ ਦੇ ਜ਼ਿਆਦਾ ਨੇੜੇ ਨੇ। ਉਹ ਭਾਵੇਂ ਪ੍ਰਧਾਨ ਸਾਹਿਬ ਹੋਣ ਤੇ ਭਾਵੇਂ ਵਾਈਸ ਪ੍ਰਧਾਨ ਸਾਹਿਬ ਹੋਣ ਤੇ ਭਾਵੇਂ ਜਨਰਲ ਸਕੱਤਰ ਸਾਹਿਬ ਹੋਣ, ਕੁਝ ਇਹੋ ਜਿਹਾ ਫੇਸ ਜਿਹੜਾ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ। ਮਿਸ਼ਨਰੀ ਤੁਸੀਂ ਗੱਲ ਕਰਦੇ ਹੋ, ਮੈਨੂੰ ਨਹੀਂ ਲੱਗਦਾ ਸ਼ਾਇਦ ਐਸਜੀਪੀਸੀ ਜਾਂ ਮਿਸ਼ਨਰੀ ਨੂੰ ਲੈ ਕੇ ਕਿਤੇ ਵੀ ਇੱਕ ਟੇਬਲ ਤੇ ਬੈਠ ਕੇ ਉਹਨਾਂ ਨੇ ਗੱਲਬਾਤ ਕੀਤੀ ਹੋਣੀ, ਸ਼ਾਇਦ ਪਹਿਲੀ ਵਾਰੀ ਹੋਣਾ ਇਹ ਵੀ। ਇਹ ਪਹਿਲੀ ਵਾਰੀ ਹੋਇਆ 26 ਅਕਤੂਬਰ ਨੂੰ ਕਿ ਮਿਸ਼ਨਰੀਆਂ ਦੀ ਕਾਨਫਰੰਸ ਉਹ ਕਰਾਈ ਵੀ ਗਈ ਮੰਜੀ ਸਾਹਿਬ। ਵੋਟਾਂ ਦਿਖਦੀਆਂ ਪਿੱਛੇ, ਦਿਖਦੀਆਂ ਪਈਆਂ, ਬਸ ਉਹਨਾਂ ਵੋਟਾਂ ਦੇ ਪਿੱਛੇ ਸਭ ਕੁਝ ਹੋ ਰਿਹਾ। ਔਰ ਮੈਂ ਤਾਂ ਇਹ ਕਹਾਂਗਾ ਕਿ ਬੜੀ ਦੁਖਦਾਈ ਗੱਲ ਹੈ ਕਿ ਮਿਸ਼ਨਰੀ ਵੀਰ ਇਹਨਾਂ ਦਾ ਪਾਇਆ ਹੋਇਆ ਚੋਗਾ ਚੁੱਕ ਗਏ। ਉਹ ਜਿਸ ਵੇਲੇ ਕਿ ਅੱਜ ਸਾਰੀ ਕੌਮ ਇਹ ਚਾਹੁੰਦੀ ਹੈ ਕਿ ਇਹਨਾਂ ਕੋਲੋਂ ਖਹਿੜਾ ਛੁੱਟ ਜਾਏ ਕੌਮ ਦਾ, ਇਸੇ ਤਰ੍ਹਾਂ ਕੌਮ ਬਾਦਲਾਂ ਕੋਲੋਂ ਮੁਕਤ ਹੋ ਜਾਏ, ਉਹ ਇਹਨਾਂ ਦਾ ਚੋਗਾ ਚੁੱਕ ਕੇ ਤੇ ਇਹਨਾਂ ਦੀ ਉਹ ਕਾਨਫਰੰਸ ਦੇ ਵਿੱਚ ਚਲੇ ਗਏ। ਤੇ ਹੁਣ ਇਹਨਾਂ ਨੇ ਐਸਜੀਪੀਸੀ ਦੇ ਵਿੱਚ ਜਿਹੜਾ ਉਹਦੇ ਇਹ ਦੇਖੋ ਗੱਲ ਇਹ ਹੈ, ਹਰ ਚੀਜ਼ ਦੇ ਕਈ ਪੱਖ ਹੁੰਦੇ ਨੇ, ਡਿਪੈਂਡ ਕਰਦਾ ਕਿ ਉਹਨੂੰ ਨਿਭਾਇਆ ਕਿਵੇਂ ਜਾ ਰਿਹਾ। ਕੁਝ ਸਿਆਸੀ ਫੈਸਲੇ ਐਸੇ ਹੁੰਦੇ ਨੇ ਜਿਨ੍ਹਾਂ ਤੋਂ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੇਨ ਆਗੂ ਨੇ ਉਹ ਅਕਾਲੀ ਦਲ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਉਹਦੇ ਬਾਅਦ ਫਿਰ ਨਹੀਂ ਤੇ ਅਗਲੀ ਵਾਰੀ ਉਹਨਾਂ ਨੇ ਆਉਣਾ ਹੀ ਨਹੀਂ। ਲੇਕਿਨ ਬਹੁਤ ਸਾਰੇ ਧਾਰਮਿਕ ਕਾਰਜ ਐਸੇ ਹੁੰਦੇ ਨੇ ਜਿਨ੍ਹਾਂ 'ਚ ਅਕਾਲੀ ਦਲ ਦੀ ਡਾਇਰੈਕਟ ਇੰਟਰਫੇਰੈਂਸ ਨਹੀਂ ਹੁੰਦੀ। ਉਹ ਚਾਹੁਣ ਤੇ ਧਾਰਮਿਕ ਤੌਰ ਤੇ ਇੱਕ ਇਨਕਲਾਬ ਲਿਆ ਸਕਦੇ ਨੇ। ਇੱਕ ਦੂਸਰੀ ਗੱਲ, ਅੱਜ ਇਹ ਕਿਸੇ ਤੋਂ ਲੁਕੀ ਨਹੀਂ ਕਿ ਸ਼੍ਰੋਮਣੀ ਕਮੇਟੀ ਵੀ ਕਰਪਸ਼ਨ ਦਾ ਇੱਕ ਡੈਨ ਬਣ ਗਿਆ। ਜਿਵੇਂ ਹੁਣ ਇਹ ਵੀ ਕਰਪਸ਼ਨ ਦਾ ਇੱਕ ਹਿੱਸਾ ਹੈ ਨਾ, ਜਿਹੜੀ ਮੈਂ ਤੁਹਾਨੂੰ ਹੁਣੇ ਦੱਸੀ ਵੀ ਗੁਰਦੁਆਰਿਆਂ ਦਾ ਫੰਡ ਜਿਹੜੇ ਨੇ ਉਹ ਇਸ ਤਰ੍ਹਾਂ ਮਿਸਯੂਜ਼ ਹੋਣੇ ਨੇ ਇਲੈਕਸ਼ਨ ਦੇ ਵਿੱਚ। ਉਹਨਾਂ ਨੂੰ ਕਿਸੇ ਤਰ੍ਹਾਂ ਠੱਲ ਪਾਉਣ ਦੀ, ਘੱਟੋ ਘੱਟ ਦਰਬਾਰ ਸਾਹਿਬ ਦਾ ਪ੍ਰਬੰਧ ਇਹੋ ਜਿਹਾ ਕਰਨ ਦੀ ਕਿ ਉੱਥੇ ਬਿਲਕੁਲ ਕੋਈ ਬੇਈਮਾਨੀ ਵਗੈਰਾ ਨਾ ਹੋਵੇ, ਇਹੋ ਜਿਹਾ ਵੱਡਾ ਯੋਗਦਾਨ ਪਾ ਸਕਦੇ ਨੇ, ਜਿਹੜਾ ਕਿ ਮੈਂ ਆਸ ਕਰਦਾ ਕਿ ਹਰਜਿੰਦਰ ਸਿੰਘ ਧਾਮੀ ਜੀ ਇੱਕ ਬੜੇ ਸੁਲਝੇ ਹੋਏ ਵਕੀਲ ਨੇ ਔਰ ਬੜੇ ਅੱਛੇ ਕਿਰਦਾਰ ਦੇ ਮਾਲਕ ਨੇ। ਨਾਲ ਜਿਹੜੀ ਟੀਮ ਬਣੀ ਹੈ ਉਹ ਟੀਮ ਵੀ ਮੈਂ ਹੁਣੇ ਤੁਹਾਨੂੰ ਦੱਸਿਆ ਕਿ ਇੱਕ ਅੱਛੀ ਟੀਮ ਹੈ। ਇਸ ਪਾਸੇ ਅਗਰ ਇਹ ਚੰਗੀ ਨੀਅਤ ਨਾਲ ਕੰਮ ਕਰਨ ਤੇ ਕੁਝ ਇਨਕਲਾਬ ਲਿਆ ਸਕਦਾ। ਇਮੋਸ਼ਨ ਕਰਕੇ ਵੀ ਕੀਤਾ ਜਾਂਦਾ ਇਹ ਵਿੱਚ ਚੀਜ਼ਾਂ ਨਹੀਂ, ਦੇਖੋ ਵਰਤੇ ਤਾਂ ਧਾਰਮਿਕ ਇਮੋਸ਼ਨ ਹੀ ਜਾਂਦੇ ਨੇ ਨਾ, ਹੋਰ ਧਰਮ ਦੀ ਵਰਤੋਂ ਕਿਵੇਂ ਹੁੰਦੀ ਹੈ? ਧਾਰਮਿਕ ਤੌਰ ਤੇ ਭਾਵਕ ਕਰਕੇ ਅੱਜ ਭਾਰਤ ਦੀ ਰਾਜਨੀਤੀ ਦੇ ਵਿੱਚ ਕੀ ਹੋ ਰਿਹਾ? ਹੁਣ ਯੂਪੀ ਦੀਆਂ ਇਲੈਕਸ਼ਨਾਂ ਨੇ ਤੇ ਹੁਣ ਮਥੁਰਾ ਦੇ ਵਿੱਚ ਮਸਜਿਦ ਦੇ ਵਿੱਚ ਕ੍ਰਿਸ਼ਨ ਜੀ ਦੀ ਮੂਰਤੀ ਲਾਉਣੀ ਹੈ। ਇਹ ਧਰਮ ਥੋੜ੍ਹੀ ਹੈ, ਇਹ ਭਾਵਨਾਵਾਂ ਵਰਤੀਆਂ ਜਾ ਰਹੀਆਂ ਨੇ। ਉਹਦੇ ਰਾਹੀਂ ਹਿੰਦੂ ਭਾਵਨਾਵਾਂ ਨੂੰ ਉਭਾਰ ਕੇ ਤੇ ਵੋਟਾਂ ਦੀ ਡਿਵੀਜ਼ਨ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਉਹੀ ਕੁਝ ਇੱਥੇ ਹੁੰਦਾ। ਫਰਕ ਕੀ ਰਹਿ ਗਿਆ? ਆਪਾਂ ਜੋ ਕਹਿੰਦੇ ਆ ਵੀ ਬੀਜੇਪੀ ਇਹ ਕਰਦੀ ਆ, ਆਰਐਸਐਸ ਇਹ ਕਰਦੀ ਆ, ਇਹ ਫਰਕ ਕੁਝ ਦਿਖਦਾ ਦੋਨਾਂ 'ਚ? ਕੋਈ ਫਰਕ ਨਹੀਂ। ਫਰਕ ਕਾਹਦਾ? ਨਹੀਂ, ਤੁਸੀਂ ਫਰਕ ਦਾ ਇੱਕ ਹੋਰ ਦੱਸੋ ਨਾ। ਤੁਸੀਂ ਤਾਂ ਸਵਾਲ ਨਹੀਂ ਕੀਤਾ, ਮੈਂ ਉਸ ਗੱਲ ਨੂੰ ਥੋੜ੍ਹਾ ਛੇੜਦੇ ਹਾਂ। ਆ ਮਨਜਿੰਦਰ ਸਿੰਘ ਸਰਸਾ ਜੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਛੱਡ ਕੇ ਬੀਜੇਪੀ ਦੇ ਵਿੱਚ ਚਲੇ ਗਏ। ਹੁਣ ਇੱਥੇ 2-3 ਸਵਾਲ ਨੇ ਕਿ ਕੀ ਉਹ ਕਦੀ ਮਨ ਕਰਕੇ ਬੀਜੇਪੀ ਤੋਂ ਅਲੱਗ ਸਨ? ਅਕਾਲੀ ਦਲ ਨੂੰ ਛੱਡ ਕੇ ਗਏ ਨੇ, ਅਕਾਲੀ ਦਲ ਨੂੰ ਦੇ ਕੇ ਰਿਜ਼ਾਈਨ। ਅਕਾਲੀ ਦਲ ਨੂੰ ਰਿਜ਼ਾਈਨ ਦੇ ਕੇ ਗਏ ਨੇ ਜਾਂ ਭੇਜੇ ਗਏ ਨੇ? ਜਾਂ ਇੱਕ ਹੋਰ ਗੱਲ ਮੈਂ ਕਹਾਂਗਾ ਕਿ ਕਿਤੇ ਐਸਾ ਤਾਂ ਨਹੀਂ ਬੀਜੇਪੀ ਵੱਲੋਂ ਹੀ ਅਕਾਲੀ ਦਲ 'ਚ ਪਹਿਲਾਂ ਵੜੇ ਹੋਏ ਸਨ ਤੇ ਹੁਣ ਉਹਨਾਂ ਨੂੰ ਲੋੜ ਪਈ ਉਹਨਾਂ ਨੂੰ ਸੱਦ ਲਿਆ? ਬੀਜੇਪੀ ਦੇ ਨਿਸ਼ਾਨ ਦੇ ਉੱਤੇ ਚੋਣ ਲੜਦੇ ਰਹੇ ਨੇ ਦਿੱਲੀ ਚੋਂ ਐਮਐਲਏ ਦੀ, ਉਸ 'ਤੇ ਹੀ ਜਿੱਤਦੇ ਰਹੇ ਨੇ। ਭਾਵੇਂ ਅਕਾਲੀ ਦਲ ਦੀ ਸੀਟ ਹੁੰਦੀ ਸੀ ਪਰ ਜਿਹੜਾ ਚੁਣਾਵ ਚਿੰਨ੍ਹ ਹੁੰਦਾ ਸੀ ਉਹ ਬੀਜੇਪੀ ਦਾ ਹੁੰਦਾ ਸੀ। ਉਹਨਾਂ ਦੀ ਬੀਜੇਪੀ ਦੇ ਨਾਲ ਨੇੜਤਾ, ਉਹ ਬੀਜੇਪੀ ਦੇ ਮੈਂਬਰਾਂ ਦੇ ਨਾਲ ਬੈਠਦੇ ਨੇ ਅਸੈਂਬਲੀ ਦੇ ਵਿੱਚ, ਦਿੱਲੀ ਦੀ ਅਸੈਂਬਲੀ ਦੇ ਵਿੱਚ ਬੀਜੇਪੀ ਦੇ ਮੈਂਬਰਾਂ ਦੇ ਨਾਲ ਬੈਠਦੇ ਨੇ ਤੇ ਉਹ ਉਹਨਾਂ ਦੀ ਸਾਂਝ ਜਿਹੜੀ ਹੈ ਉਹ ਤਾਂ ਪੁਰਾਣੀ ਪੱਕੀ ਸੀ। ਮੈਨੂੰ ਤਾਂ ਇੰਝ ਹੀ ਲੱਗਦਾ ਵੀ ਪਹਿਲਾਂ ਬੀਜੇਪੀ ਨੇ ਹੀ ਭੇਜਿਆ ਹੋਇਆ ਸੀ ਵੀ ਜਾਓ ਤੁਸੀਂ ਉੱਥੇ ਸਾਂਭ ਕੇ ਰੱਖੋ ਕੰਮ ਨੂੰ ਤਾਂ ਕਿ ਸਭ ਕੁਝ ਸਾਡੇ ਕੰਟਰੋਲ 'ਚ ਰਵੇ। ਉਹਨਾਂ ਨੂੰ ਮਹਿਸੂਸ ਹੋਇਆ ਵੀ ਇਹ ਇਲੈਕਸ਼ਨ ਦੀ ਵਜ੍ਹਾ ਕਰਕੇ ਸਾਨੂੰ ਉਹਦੀ ਇੱਧਰ ਲੋੜ ਹੈ
ਤੇ ਉਹਨਾਂ ਨੇ ਉਧਰੋਂ ਅਸਤੀਫਾ ਦਵਾ ਕੇ ਆਪਣੇ ਕੋਲ ਸੱਦ ਲਿਆ। ਉਹ ਘਰ ਚਲੇ ਗਏ ਆਪਣੇ ਵਾਪਸ, ਜਿੱਥੋਂ ਆਏ ਸਨ, ਜਿੱਥੇ ਜਿਹਨੂੰ ਬਿਲੋਂਗ ਕਰਦੇ ਨੇ ਉਹ ਚਲੇ ਗਏ। ਔਰ ਮੈਂ ਨਹੀਂ ਸਮਝਦਾ ਕਿ ਆ ਜਿਹੜਾ ਕਿਸਾਨ ਅੰਦੋਲਨ ਦੇ ਸਿਲਸਿਲੇ ਦੇ ਵਿੱਚ ਅਕਾਲੀ ਦਲ ਬੀਜੇਪੀ ਨਾਲ ਅਲੱਗ ਹੋਇਆ, ਇਹਨਾਂ ਦੇ ਕੋਈ ਮਨ ਅਲੱਗ ਹੋਏ ਨੇ। ਇਹ ਇੱਕ ਸਿਆਸੀ ਮਜਬੂਰੀ ਸੀ, ਸਮੇਂ ਦੇ ਹਾਲਾਤ ਮੁਤਾਬਕ ਇਹਨਾਂ ਸੋਚਿਆ ਕਿ ਜੇ ਅਸੀਂ ਬੀਜੇਪੀ ਨਾਲ ਰਲੇ ਰਹੇ ਤੇ ਸਾਰੀਆਂ ਕਿਸਾਨ ਵੋਟਾਂ ਜਿਹੜੀਆਂ ਸਾਡੀਆਂ ਟੁੱਟ ਜਾਣੀਆਂ, ਜਿਹੜਾ ਕਿ ਹੁਣ ਵੀ ਇਹਨਾਂ ਨੂੰ ਮਿਲਣੀਆਂ ਨਹੀਂ, ਕਿਉਂਕਿ ਇਹਨਾਂ ਦਾ ਚਿਹਰਾ ਜਿਹੜਾ ਪੂਰਾ ਨੰਗਾ ਹੋ ਚੁੱਕਾ ਹੈ। ਜੇ ਹਾਰ ਵੀ ਜਾਂਦੇ ਨੇ ਬੀਬੀ ਜਗੀਰ ਕੌਰ, ਜੇ ਕੱਲ ਨੂੰ ਫਿਰ ਲੋੜ ਪੈ ਗਈ ਵੀ ਠੀਕ ਹੈ ਹੁਣ ਜੋ ਐਡਵੋਕੇਟ ਬਣੇ ਹੋਏ ਧਾਮੀ ਜੀ, ਉਹਨਾਂ ਨੂੰ ਹੁਣ ਪਾਸੇ ਕਰ ਦਿੱਤਾ ਜਾਵੇ, ਬੀਬੀ ਜਗੀਰ ਕੌਰ ਨੂੰ ਫਿਰ ਦੁਬਾਰਾ ਲਿਆਂਦਾ ਜਾਵੇ, ਫਿਰ ਲੱਗਦਾ ਵੀ ਇਹੀ ਤਾਂ ਸਿਆਸਤ ਹੈ। ਜਦੋਂ ਜੀ ਕੀਤਾ ਵਰਤ ਲਈ ਸਿਆਸਤ ਦੇ ਤੌਰ ਤੇ, ਜਦੋਂ ਜੀ ਕੀਤਾ ਉਹਦਾ ਐਸਜੀਪੀਸੀ ਦੇ ਪ੍ਰਧਾਨ ਬਣਾ ਦਿੱਤਾ। ਨਹੀਂ, ਤੁਸੀਂ ਇੱਕ ਬੇਸਿਕ ਗੱਲ ਨੂੰ ਸਮਝੋ, ਜਿਹੜੀਆਂ ਐਸਜੀਪੀਸੀ ਦੀਆਂ ਚੋਣਾਂ 5 ਸਾਲ ਬਾਅਦ ਹੋਣ ਦਾ ਵਿਧਾਨ ਹੈ, ਜਿਹੜੀਆਂ ਹੁੰਦੀਆਂ ਨਹੀਂ। ਹੁਣ ਤੁਹਾਡੇ ਸਾਹਮਣੇ 11-12 ਸਾਲ ਹੋ ਗਏ ਨੇ ਨਹੀਂ ਹੋਈਆਂ, ਲੇਕਿਨ ਪ੍ਰਧਾਨ ਦੀ ਚੋਣ ਹਰ ਸਾਲ ਹੁੰਦੀ ਹੈ। ਜਿਹੜਾ ਸਿਟਿੰਗ ਹਾਊਸ ਹੁੰਦਾ ਹੈ ਉਸੇ ਨੇ ਹੀ ਮੁੜ ਕੇ ਹਰ ਸਾਲ ਬਾਅਦ ਪ੍ਰਧਾਨ ਦੀ ਚੋਣ ਕਰਨੀ ਹੁੰਦੀ ਹੈ। ਸੋ ਬੀਬੀ ਪਿਛਲੇ ਵਾਰੀ 1 ਸਾਲ ਲਈ ਪ੍ਰਧਾਨ ਸੀ, ਅਸਤੀਫਾ ਦੇ ਕੇ ਨਹੀਂ ਗਈ, ਪ੍ਰਧਾਨਗੀ ਦਾ ਟੈਨਰ ਉਹਦਾ ਖਤਮ ਹੋ ਗਿਆ। ਅਗਲੀ ਵਾਰੀ ਹੁਣ ਚੁਣੀ ਜਾਂਦੀ ਦੁਬਾਰਾ ਤਾਂ ਚੁਣੀ ਜਾਂਦੀ, ਹੁਣ ਨਹੀਂ ਚੁਣੀ ਗਈ ਰਜਿੰਦਰ ਸਿੰਘ ਧਾਮੀ। ਕਿਉਂ ਨਹੀਂ ਚੁਣੀ ਗਈ? ਉਹਦੇ ਵਿੱਚ ਇੱਕ ਵੱਡਾ ਕਾਰਨ ਇਹ ਹੈ ਕਿ ਉਹਨੂੰ ਪੋਲੀਟੀਕਲ ਇਲੈਕਸ਼ਨ ਲੜਾਉਣਾ ਚਾਹੁੰਦੇ ਸੀ, ਤੇ ਅਗਲੀ ਵਾਰੀ ਜਦੋਂ ਫਿਰ ਸਾਲ ਬਾਅਦ ਹੋਣੀ ਹੈ ਉਹ ਆ ਸਕਦੀ ਹੈ। ਇਹਦਾ ਸਿਆਸੀ ਖੇਡ ਹੋ ਗਿਆ ਨਾ ਪੂਰੀ। ਪਹਿਲਾਂ ਤੇ ਉਹ ਕਈ ਵਾਰੀ ਐਮਐਲਏ ਪਹਿਲਾਂ ਵੀ ਬਣ ਚੁੱਕੀ ਹੈ, ਕੋਈ ਤੇ ਨਹੀਂ ਵੀ ਪਹਿਲਾਂ ਐਮਐਲਏ ਨਹੀਂ ਬਣੀ, ਸਿਆਸੀ ਖੇਡ 'ਚ ਨਹੀਂ ਗਈ। ਜਦੋਂ ਇਹਨਾਂ ਦਾ ਜੀ ਕਰਦਾ ਹੈ ਸਿਆਸਤ ਵੱਲ ਚਲੇ ਜਾਂਦੇ ਨੇ, ਵੇਖਦੇ ਨੇ ਵੀ ਲਾਭ ਕਿੱਧਰ ਹੈ। ਇਹਨਾਂ ਨਾਲੋਂ ਜ਼ਿਆਦਾ ਅਕਾਲੀ ਦਲ ਦਾ ਪ੍ਰਧਾਨ ਬਾਦਲ, ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਤੇ ਭਾਵੇਂ ਸੁਖਬੀਰ ਸਿੰਘ ਬਾਦਲ, ਉਹ ਵੇਖਦਾ ਵੀ ਮੈਨੂੰ ਇਹਦਾ ਫਾਇਦਾ ਕਿੱਥੇ ਮਿਲ ਸਕਦਾ, ਉੱਥੇ ਵਰਤ ਲੈਂਦਾ ਉਹਨੂੰ। ਐਸਜੀਪੀਸੀ ਚਾਹੇ ਸਿਆਸਤ ਹੈ, ਚਾਹੇ ਸਿਆਸਤ ਹੈ ਚਾਹੇ ਐਸਜੀਪੀਸੀ। ਤੁਸੀਂ ਸਾਰੀ ਗੱਲਬਾਤ ਸੁਣੀਏ। ਸਾਡੇ ਨਾਲ ਮੌਜੂਦ ਸਨ ਹਰਜਿੰਦਰ ਸਿੰਘ ਖਾਲਸਾ। ਇੰਟਰੋ ਕਰਨ ਦਾ ਮਕਸਦ ਇਹੀ ਸੀ ਕਿ 44ਵੇਂ ਐਸਜੀਪੀਸੀ ਦੇ ਪ੍ਰਧਾਨ ਚੁਣੇ ਗਏ ਨੇ ਹਰਜਿੰਦਰ ਸਿੰਘ ਧਾਮੀ। ਉਸ ਤੋਂ ਬਾਅਦ ਇੱਕ ਚਰਚਾ ਪਹਿਲਾਂ ਵੀ ਛਿੜੀ ਸੀ, 2017 ਵਿੱਚ ਗੱਲ ਕਰੀਏ, ਸਿਆਸੀ ਪਾਰਟੀਆਂ ਕਹਿਣ ਲੱਗ ਪਈਆਂ ਸਨ ਵੀ ਕਿਉਂ ਐਸਜੀਪੀਸੀ ਉੱਥੇ ਰੈਲੀਆਂ ਵਿੱਚ ਲੰਗਰ ਲੈ ਕੇ ਜਾਂਦਾ ਹੈ, ਉਹਨਾਂ ਦੇ ਕਿਉਂ ਡਾਇਰੈਕਟ ਤਾਂ ਨਹੀਂ ਇੰਡਾਇਰੈਕਟ ਵੀ ਚਰਚਾ ਛਿੜਕ ਪਈ ਸੀ। ਤਾਂ ਲੱਗਦਾ ਹੁਣ ਕਦ ਤੱਕ ਧਾਮੀ ਸਾਹਿਬ ਚੱਲਣਗੇ, ਕਿਉਂਕਿ ਸਾਲ ਦਾ ਟਰਨਓਵਰ ਹੁੰਦਾ ਐਸਜੀਪੀਸੀ ਦਾ, ਉਸ ਤੋਂ ਪਹਿਲਾਂ ਵੀ ਪ੍ਰਧਾਨ ਬਦਲਿਆ ਜਾ ਸਕਦਾ। ਜੇ ਕਾਰਜਕਾਲ ਪੂਰਾ ਹੋ ਜਾਂਦਾ ਫਿਰ ਨਵਾਂ ਪ੍ਰਧਾਨ ਆਊਗਾ। ਬੀਬੀ ਜਗੀਰ ਕੌਰ ਪਹਿਲਾਂ ਵੀ ਪ੍ਰਧਾਨ ਰਹਿ ਚੁੱਕੇ ਸਨ, ਦੁਬਾਰਾ ਫਿਰ ਅਸਤੀਫਾ ਦਿੱਤਾ ਭਲੱਥ ਵਿੱਚੋਂ, ਉਹ ਚੋਣਾਂ ਲੜਨ ਜਾਣਗੀਆਂ। ਹੁਣ ਕੀ ਵਾਕਈ ਜੇ ਜੇਬ ਚੋਂ ਹੀ ਐਸਜੀਪੀਸੀ ਦਾ ਪ੍ਰਧਾਨ ਨਿਕਲਣਾ ਹੈ, ਫਿਰ ਉਮੀਦ ਕੀਤੀ ਜਾ ਸਕਦੀ ਹੈ ਵੀ ਜਿਹੜਾ ਧਰਮ ਹੈ, ਧਰਮ ਜੋ ਹੈ ਉਹ ਵਾਕਈ ਹੀ ਜੋ ਆਮ ਸਿੱਖ ਨੇ ਜਾਂ ਆਮ ਲੋਕ ਨੇ ਉਹਨਾਂ ਦੇ, ਜਾਂ ਇੱਕ ਭਾਵੁਕ ਹੋ ਕੇ ਇਹ ਸਿਆਸੀ ਕਾਰਡ ਖੇਡਿਆ ਜਾਂਦਾ ਹੈ, ਭਾਵੁਕ ਹੋ ਕੇ ਲੋਕਾਂ ਨੂੰ ਲੁਭਾ ਕੇ ਵੋਟਾਂ ਲਈਆਂ ਜਾਂਦੀਆਂ ਨੇ। ਇਹ ਸਮਝਣ ਦੀ ਲੋੜ ਹੈ। ਜੇ ਤੁਸੀਂ ਸਵਾਲ ਕਰੋਗੇ ਤੁਹਾਨੂੰ ਜਵਾਬ ਵੀ ਦੇਣਗੇ, ਜੇ ਤੁਸੀਂ ਸਵਾਲ ਹੀ ਨਾ ਕਰੋਗੇ ਤੁਹਾਨੂੰ ਜਵਾਬ ਕਿੱਥੋਂ ਮਿਲਣਗੇ। ਸਵਾਲ ਕਰਿਆ ਕਰੋ, ਸਵਾਲ ਕਰੋਗੇ ਤਾਂ ਤੁਹਾਡੇ ਕੋਲ ਕੋਈ ਵੀ ਵਿਅਕਤੀ ਜੇ ਵੋਟਾਂ ਮੰਗਣ ਆਊਗਾ ਉਹ ਸੋਚੂਗਾ ਕਿ ਮੈਂ ਇਸ ਹਲਕੇ ਵਿੱਚ ਵੋਟਾਂ ਮੰਗਣ ਜਾਣੀਆਂ ਨੇ, ਮੈਨੂੰ ਸਵਾਲਾਂ ਦੇ ਜਵਾਬ ਦੇਣੇ ਪੈਣੇ ਨੇ। ਜੇ ਸਵਾਲ ਨਹੀਂ ਕੀਤੇ ਤੁਹਾਡਾ ਵੀ ਭਵਿੱਖ ਜਿਹੜਾ ਧੁੰਦਲਾ ਨਜ਼ਰ ਆਊਗਾ। ਤੇ ਚੌਂਕਾਂ ਦੇ ਵਿੱਚ ਅੱਜ ਵੀ ਨੌਜਵਾਨ ਬੈਠੇ ਨੇ, ਠੰਡ ਦੇ ਵਿੱਚ ਡਿਗਰੀਆਂ ਹੱਥ 'ਚ ਫੜੀਆਂ ਹੋਈਆਂ ਨੇ ਵੀ ਸਾਨੂੰ ਨੌਕਰੀਆਂ ਦਿਓ, ਔਰ ਕਹਿੰਦੇ ਨੇ ਅਸੀਂ ਗਲਤੀ ਕੀਤੀ, ਪਹਿਲਾਂ ਅਸੀਂ ਸਵਾਲ ਨਹੀਂ ਕੀਤੇ। ਸਵਾਲ ਕਰੇ ਜੇ, ਕਿਉਂਕਿ ਸਵਾਲ ਕਰੋਗੇ ਤਾਂ ਆਉਣ ਵਾਲਾ ਭਵਿੱਖ ਵੀ ਤੁਹਾਡਾ ਸਹੀ ਹੋਊਗਾ ਤੇ ਤੁਹਾਡੇ ਬੱਚਿਆਂ ਦਾ ਭਵਿੱਖ ਵੀ ਸਹੀ ਹੋਊਗਾ। ਨਹੀਂ ਤਾਂ ਤੁਸੀਂ ਵੀ ਤਿਆਰ ਰਹਿ ਜੇ ਚੌਂਕਾਂ ਦੇ ਵਿੱਚ ਡਿਗਰੀਆਂ ਹੱਥ 'ਚ ਫੜ ਕੇ ਵੀ ਸਾਨੂੰ ਨੌਕਰੀਆਂ ਦਿਓ।